ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਮਾਰਗ। ਸੋ ਇਹ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਕਿ ਇਹ ਮਹਾਰਾਜ ਜੀ ਦੀ ਕਿਰਪਾ ਨਾਲ ਜੋ ਆਪ ਲੋਕੀ ਇਹਨੂੰ ਦੇਖਦੇ ਹੋ, ਇਹਨੂੰ ਸਹਾਰਦੇ ਹੋ ਤੇ ਚੰਗੇ ਚੰਗੇ ਮੈਸੇਜ ਭੇਜਦੇ ਹੋ, ਬਹੁਤ ਖੁਸ਼ੀ ਹੁੰਦੀ ਹੈ। ਕਹਿੰਦੇ ਜਦੋਂ ਚੰਗਾ ਕੰਮ ਕਰੋ ਤੇ ਬਾਕੀਆਂ ਨੂੰ ਚੰਗਾ ਲੱਗੇ ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ, ਤੇ ਜਦੋਂ ਤੁਸੀਂ ਕੋਈ ਕੰਮ ਕਰੋ ਤੇ ਕੁਛ ਦਿਲ ਖੁਸ਼ ਹੋਣ, ਉਹਦੇ ਨਾਲ ਦੀ ਰੀਸ ਨਹੀਂ। ਤੇ ਇਹ ਇਸ ਕਰਕੇ ਸ਼ੁਰੂ ਕੀਤਾ ਗਿਆ ਕਿ ਜੋ ਸਾਡੇ ਹਜ਼ੂਰ ਮਹਾਰਾਜ ਦਰਸ਼ਨ ਦਾਸ ਜੀ ਦੇ ਜੀਵਨ ਕਾਲ ਦੀਆਂ ਗੱਲਾਂ ਉਹਨਾਂ ਨੂੰ ਸ਼ੇਅਰ ਕਰ ਸਕੀਏ। ਜਿਹੜੇ ਨਵੇਂ ਸੇਵਕ ਨੇ ਜਾਂ ਪੁਰਾਣੇ ਸੇਵਕ ਹੈ ਜਿਨ੍ਹਾਂ ਨੂੰ ਉਹ ਟਾਈਮ ਨਹੀਂ ਮਿਲਿਆ ਦੇਖਣ ਨੂੰ ਜਾਂ ਉਹ ਗੱਲਾਂ ਸੁਣਨ ਨੂੰ, ਤੇ ਉਹ ਸੁਣ ਸਕਣ। ਤੇ ਇਹਦੇ ਵਿੱਚ ਜੋ ਵੀ ਸਾਡਾ ਗੈਸਟ ਆਂਦਾ, ਇਹ ਉਹਦੇ ਆਪਣੇ ਵਿਚਾਰ, ਉਹਦੀ ਆਪਣੀ ਜਰਨੀ ਹੈ। ਉਹ ਕੀ ਕਹਿ ਰਹੇ ਹੈ ਉਹ ਉਹਨਾਂ ਨੂੰ ਪਤਾ, ਉਹਨਾਂ ਕੀ ਦੇਖਿਆ ਉਹਨਾਂ ਨੂੰ ਪਤਾ, ਕਿਉਂਕਿ ਹਰ ਇੱਕ ਦੇ ਨਾਲ ਹਰ ਇੱਕ ਮਹਾਰਾਜ ਜੀ ਦੀ ਵੱਖਰੀ ਵੱਖਰੀ ਗੱਲ ਤੇ ਵੱਖਰੀ ਵੱਖਰੀ ਤਾਂਘ ਰਹੀ ਹੈ, ਵੱਖਰਾ ਵੱਖਰਾ ਸਮਾਂ ਰਿਹਾ। ਤੇ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਮੈਨੂੰ ਪਤਾ ਉਹ ਦੂਸਰੇ ਹੋਰ ਨੂੰ ਨਹੀਂ ਪਤਾ, ਜੋ ਉਹਨੂੰ ਪਤਾ ਉਹ ਮੈਨੂੰ ਨਹੀਂ ਪਤਾ। ਹਾਂ, ਸਾਨੂੰ ਸਭ ਨੂੰ ਪਤਾ, ਪਰ ਥੋੜਾ ਥੋੜਾ, ਤੇ ਥੋੜਾ ਥੋੜਾ ਕਰਕੇ ਇਹਦਾ ਇੱਕ ਇਤਿਹਾਸ ਬਣੇਗਾ। ਸੋ ਅੱਜ ਸਾਡੇ ਨਾਲ ਨੇ ਦਿੱਲੀ ਤੋਂ ਸਾਡੇ ਜਿਨ੍ਹਾਂ ਨੂੰ ਮਹਾਰਾਜ ਜੀ ਕਹਿੰਦੇ ਸਰਦਾਰ ਜੀ। ਸੋ ਹਮੇਸ਼ਾ ਆਵਾਜ਼ ਮਾਰਿਆ ਕਰਦੇ ਸਰਦਾਰ ਜੀ, ਤੇ ਅਸਲੀ ਜੋ ਮਾਂ ਬਾਪ ਦਾ ਨਾਂ ਹੈ ਉਹ ਦਾਸ ਸੁਭਾਸ਼ ਜੀ ਨੇ। ਤੇ ਇਹ ਬਹੁਤ ਹੀ ਪੁਰਾਣੇ ਮਹਾਰਾਜ ਜੀ ਦੇ ਸਮਝ ਲਓ ਕਿ ਸੰਗਤ ਚ ਨੇ, ਜਾਂ ਕਹਿ ਲਓ ਕਿ ਮਹਾਰਾਜ ਦੇ ਗਾਜ਼ੀਆਬਾਦ ਆਉਣ ਤੋਂ, ਲੋਨੀ ਆਉਣ ਤੋਂ ਵੀ ਪਹਿਲੋਂ ਦੀ ਇਹਨਾਂ ਦੀ ਮਹਾਰਾਜ ਜੀ ਦੇ ਨਾਲ ਸਾਂਝ ਹੈ। ਅੱਜ ਇਹਨਾਂ ਦੀ ਜ਼ੁਬਾਨੀ ਪੁੱਛਦੇ ਹਾਂ ਕਿ ਇਹ ਕਿਸ ਤਰ੍ਹਾਂ ਸਾਰਾ ਹੋਇਆ। ਜੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵੈਲਕਮ ਟੂ ਦੀ ਸਪਿਰਚੁਅਲ ਜਰਨੀ ਜੀ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ ਆਪਣਾ ਕੀਮਤੀ ਸਮਾਂ ਦੇਣ ਦਾ ਸਾਨੂੰ। ਅੱਜ ਇਹ ਦੱਸੋ ਕਿ ਮੈਨੂੰ ਜਿੱਥੋਂ ਤੱਕ ਪਤਾ ਹੈ ਕਿ ਤੁਸੀਂ ਗਾਜ਼ੀਆਬਾਦ ਰਹਿੰਦੇ ਸੀ, ਤੇ ਮਹਾਰਾਜ ਜੀ ਬਟਾਲਾ ਤੋਂ ਜਦੋਂ ਆਏ ਨੇ ਉਹ ਦਿੱਲੀ ਨਹੀਂ ਗਏ, ਲੋਨੀ ਨਹੀਂ ਗਏ, ਕਿ ਉਦੋਂ ਡੇਰਾ ਹੈ ਹੀ ਨਹੀਂ ਸੀ, ਤੇ ਉਹ ਗਾਜ਼ੀਆਬਾਦ ਗਏ ਸੀ। ਤੁਸੀਂ ਕਿਸ ਤਰ੍ਹਾਂ ਮਿਲੇ, ਕਿਸ ਤਰ੍ਹਾਂ ਤੁਹਾਡਾ ਮੇਲ ਹੋਇਆ ਬਾਬਾ ਜੀ ਦਰਸ਼ਨ ਦਾਸ ਨਾਲ? ਸਾਡਾ ਅੱਜ ਦਾ ਮੇਲ ਨਹੀਂ ਹੈ ਜੀ। ਅਸੀਂ ਹਿੰਦੁਸਤਾਨ ਪਾਕਿਸਤਾਨ ਤੋਂ ਇਹਨਾਂ ਦੇ ਫਾਦਰ ਸਾਹਿਬ, ਹਜ਼ੂਰ ਸਾਹਿਬ ਦੇ ਫਾਦਰ ਸਾਹਿਬ, ਔਰ ਸਾਡੇ ਚਾਚੇ ਤਾਏ ਔਰ ਦਾਦੇ ਵਗੈਰਾ ਸਾਰੇ ਇਕੱਠੇ ਰਹਿੰਦੇ ਸੀ ਪਾਕਿਸਤਾਨ 'ਚ। ਅੱਛਾ ਜੀ, ਵਾਹ। ਔਰ ਉੱਥੋਂ ਇਕੱਠੇ ਰਹਿੰਦੇ ਸੀ ਔਰ ਇਕੱਠੇ ਕਾਰੋਬਾਰ ਕਰਦੇ ਸੀ, ਕਾਰੋਬਾਰ ਵੀ ਇਕੱਠੇ ਹੀ ਸੀ। ਔਰ ਉਸ ਤੋਂ ਬਾਅਦ ਅਸੀਂ ਇੱਥੇ ਬਟਾਲੇ ਆ ਗਏ ਜਦੋਂ ਕਿਹਨਾਂ ਦਾ ਹਿੰਦੁਸਤਾਨ ਪਾਕਿਸਤਾਨ ਬਣਿਆ। ਤੇ ਉਸ ਤੋਂ ਬਾਅਦ ਪੰਜਾਬੀ ਸੂਬਾ ਬਣਨਾ ਸੀ ਪੰਜਾਬ ਦਾ ਜੀ। ਉਸ ਟਾਈਮ। ਉਸ ਤੋਂ ਬਾਅਦ ਅਸੀਂ ਗਾਜ਼ੀਆਬਾਦ ਤੋਂ ਬਟਾਲੇ ਤੋਂ ਗਾਜ਼ੀਆਬਾਦ ਆ ਗਏ। ਔਰ ਗਾਜ਼ੀਆਬਾਦ ਆਉਣ ਤੋਂ ਬਾਅਦ ਅਸੀਂ ਉੱਥੇ ਰਹੇ। ਫਿਰ 1972 ਦੇ ਵਿੱਚ ਜੀ ਹਜ਼ੂਰ ਸਾਹਿਬ ਮਹਾਰਾਜ ਦਰਸ਼ਨ ਦਾਸ ਜੀ ਆਏ ਜੀ। ਸਾਡੀ ਤਾਈ ਵਾਲਾਂ ਦੇ ਘਰ, ਜਿਨ੍ਹਾਂ ਨੂੰ ਹਜ਼ੂਰ ਸਾਹਿਬ ਮਹਾਰਾਜ ਦਰਸ਼ਨ ਦਾਸ ਜਿਹਨੇ ਉਹਨਾਂ ਦਾ ਦੁੱਧ ਵੀ ਪੀਤਾ ਹੈ। ਅੱਛਾ ਜੀ। ਸਾਡੀ ਤਾਈ ਵਾਲਾਂ। ਔਰ ਸਾਡੇ ਤਾਏ ਚਾਚੇ ਸਾਰੇ, ਮੈਂ ਦੱਸਿਆ ਨਾ ਪਹਿਲੇ ਵੀ, ਉਹ ਹਿੰਦੁਸਤਾਨ ਪਾਕਿਸਤਾਨ ਤੋਂ ਪਹਿਲੇ ਵੀ ਅਟੈਚ ਸੀ ਅਸੀਂ। ਫਿਰ ਇਹਨਾਂ ਦਾ ਉਹਨਾਂ ਦੇ ਘਰ ਆਉਂਦੇ ਸੀ, ਤੇ ਫਿਰ ਸਾਡੇ ਘਰ ਆਉਣਾ ਸ਼ੁਰੂ ਹੋ ਗਏ। ਫਿਰ ਸਾਡੇ ਘਰ ਵੀ ਬੜੇ ਕੌਤਕ ਕੀਤੇ ਉਹਨਾਂ ਨੇ ਜੀ। ਹੋਰ ਤੇ ਹੋਰ ਕਿਤੇ ਰਹੀ ਗੱਲ, ਸਾਡੇ ਛੋਟਾ ਬ੍ਰਦਰ ਮੇਰਾ ਜਿਹੜਾ ਹੈ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ। 72 ਦੀ ਗੱਲ ਹੈ ਜੀ। ਉਸ ਟਾਈਮ ਉਹ ਕਹਿੰਦਾ ਮਾਰੇ ਮੈਂ ਫੋਟੋ ਖਿੱਚਣੀ ਹੈ, ਫੋਟੋਗ੍ਰਾਫੀ ਦਾ ਕੰਮ ਕਰਦਾ, ਕਹਿੰਦਾ ਫੋਟੋ ਖਿੱਚਣੀ ਹੈ। ਕਹਿੰਦੇ ਖਿੱਚ ਲੈ ਬਾਈ। ਹੋਲੀ ਜੀ ਕਹਿੰਦੇ ਆਣੀ ਤੇ ਹੈ ਨਹੀਂ, ਮੈਂ ਨਾਲ ਹੀ ਬੈਠਾ ਸਾਂ ਮਹਾਰਾਜ ਜੀ। ਤੇ ਉਹਦੇ ਵਿੱਚ ਵਿੰਦਰ ਵਗੈਰਾ, ਵਿੰਦਰ ਵੀ ਸੀ, ਹੋਰ ਵੀ ਸੇਵਕ ਸੀ, ਬਚਨ ਸੀ, ਹੋਰ ਵੀ ਸੀ। ਤੇ ਉਹ ਫੋਟੋ ਖਿੱਚਦਾ ਰਿਹਾ, ਉਹਨੂੰ ਉਹ ਸਾਰਿਆਂ ਦੀ ਫੋਟੋ ਆਈ। ਜਦ ਕਿ ਮਹਾਰਾਜ ਸੈਂਟਰ ਦੇ ਵਿੱਚ ਬੈਠੇ, ਸੈਂਟਰ ਦੇ ਵਿੱਚ ਬੈਠੇ, ਤੇ ਮਹਾਰਾਜ ਸਰੂਪ ਨਹੀਂ ਆਇਆ ਉਹਦੇ ਚ। ਉਹਨੇ ਆਪਣਾ ਟੇਲਰ ਲਾ ਲਿਆ, 2-3 ਪੋਜ਼ ਖਿੱਚੇ,
ਪਰ ਮਹਾਰਾਜ ਦਾ ਸਰੂਪ ਨਹੀਂ ਆ, ਕਿਉਂਕਿ ਮਹਾਰਾਜ ਮੈਨੂੰ ਪਹਿਲੇ ਕਹਿੰਦੇ ਸੀ, ਕਹਿੰਦੇ ਫੋਟੋ ਤਾਂ ਆਏਗੀ ਨਹੀਂ, ਖਿੱਚ ਲੈ ਤੂੰ ਨਹੀਂ ਕਰ। ਤੇ ਉਸ ਤੋਂ ਬਾਅਦ ਕਿ ਨਾ ਮਹਾਰਾਜ ਸਾਡੇ ਨਾਲ ਬਹਿਣਾ ਖਲੋਣਾ ਖਾਣਾ ਪੀਣਾ ਹੈਗਾ ਸੀ। ਇੱਥੋਂ ਤੱਕ ਕਿ ਮਹਾਰਾਜ ਦੇ ਅਸੀਂ ਕੱਪੜੇ ਪਾ ਲੈਂਦੇ, ਮਹਾਰਾਜ ਸਾਡੇ ਕੱਪੜੇ ਪਾ ਲੈਂਦੇ ਸੀ, ਜੋੜੇ ਕੱਪੜੇ। ਹਾਂ, ਉਹ ਸਾਡਾ ਬਹਿਣਾ ਇੱਥੋਂ ਤੱਕ ਕਿ ਲੰਗਰ ਪਾਣੀ ਵੀ ਇਕੱਠੇ ਇੱਕੋ ਥਾਲੀ ਦੇ ਵਿੱਚ ਛਕਦੇ ਸੀ। ਔਰ ਇਹ ਸਾਡੇ ਭਾਗ ਸਮਝ ਲੋਗੇ ਜਾਂ ਸਮਝ ਲੋਗੇ, ਮਹਾਰਾਜ ਨੇ ਰਹਿਮਤ ਕੀਤੀ ਸਾਡੇ ਨਾਲ ਕਿ ਅਸੀਂ ਇੱਕੋ ਥਾਲੀ ਦੇ ਵਿੱਚ ਲੰਗਰ ਛਕਣਾ, ਨਹੀਂ ਤੇ ਉਹਦੇ ਲੋਕੀ ਤੇ ਤਰਸਦੇ ਨੇ। ਤੇ ਸਾਡੇ ਨਾਲ ਉਹ ਬਹਿਣਾ ਖਲੋਣਾ, ਅਸੀਂ ਬੜੇ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਸਾਂ। ਔਰ ਦੂਸਰੀ ਗੱਲ ਹੈ ਕਿ ਕੱਪੜੇ ਤੱਕ ਪਾਣਾ ਹੈ, ਇੱਕ ਦੂਸਰੇ ਦੇ ਕੱਪੜੇ ਵੀ ਪਾ ਲੈਣੇ। ਫਿਰ ਇਹ ਦੱਸੋ, ਜਦੋਂ ਮਹਾਰਾਜ ਜੀ ਤੇ ਤੁਹਾਡੇ ਕੋਲ ਉੱਥੇ ਆਏ, ਤੁਸੀਂ ਰਹਿੰਦੇ ਸੀ ਤੇ ਉਹ ਬਾਬਾ ਜੀ ਸੀਗੇ, ਤੇ ਕੀ ਤੁਹਾਡਾ ਵਿਸ਼ਵਾਸ ਉਹਨਾਂ ਤੇ ਬਣਦਾ ਸੀ? ਇੱਕ ਰਿਸ਼ਤੇਦਾਰੀ, ਇੱਕ ਉਹ ਬੜੇ ਯੰਗ ਸੀਗੇ, ਤੁਹਾਨੂੰ ਲੱਗਦਾ ਸੀ ਕਿ ਉਹਨਾਂ 'ਚ ਕੋਈ ਇਹੋ ਜਿਹੀ ਰੂਹਾਨੀਅਤ ਤਾਕਤ ਹੈਗੀ ਹੈ? ਉਹ ਇਸ ਤਰ੍ਹਾਂ ਹੋਇਆ ਕਿ ਸਾਡੀ ਮੇਰੇ ਤੋਂ ਵੱਡੀ ਭੈਣ ਹੈ, ਦੋ ਭੈਣਾਂ ਵੈਸੇ ਵੱਡੀਆਂ, ਇਹ ਵੱਡੀ ਮੇਰੇ ਤੋਂ ਜਿਹੜੀ ਦੂਸਰੇ ਨੰਬਰ ਤੇ ਜਿਹੜੀ ਭੈਣ ਸੀ, ਉਹ ਬਟਾਲੇ ਗਈ ਸੀ ਜੀ। ਬਟਾਲੇ ਗਈ ਤੇ ਉਹ ਨਾ ਮਹਾਰਾਜ ਨੇ ਕਦੀ ਵੇਖਿਆ ਸੀ ਉਹਨੂੰ, ਤੇ ਨਾ ਉਹਨਾਂ ਨੇ ਵੇਖਿਆ ਸੀ ਜੀ। ਤੇ ਇਹ ਉੱਥੇ ਉਹਨਾਂ ਦੇ ਘਰ ਚਲੀ ਗਈ ਤੇ ਦੂਰੋਂ ਵੇਖ ਕੇ ਕਹਿੰਦੇ ਭੈਣ ਆ ਗਈ ਸਾਡੀ। ਕਿਉਂਕਿ ਮਹਾਰਾਜ ਮੇਰੇ ਨਾਲ 8 ਦਿਨ ਦਾ ਫਰਕ ਹੈ। ਮਹਾਰਾਜ ਸਾਨੂੰ ਇसी ਵਾਸਤੇ ਸਰਦਾਰ ਜੀ ਕਹਿੰਦੇ ਸੀ, ਕਿਉਂਕਿ ਵੱਡੇ ਛੋਟੇ ਦਾ ਮਹਾਰਾਜ ਅੱਜ ਕੱਲ ਦਾ ਤਾਂ ਕੋਈ ਨਹੀਂ ਕਰਦਾ। ਮਹਾਰਾਜ ਨੇ 8 ਦਿਨ ਤੋਂ ਵੱਡਿਆਂ ਹੋਣ ਦਾ ਮਤਲਬ ਕਦੀ ਉਹਨਾਂ ਨੇ ਨਾਂ ਨਹੀਂ ਸੀ ਲਿਆ ਸਾਡਾ। ਅੱਛਾ ਜੀ। ਅਸੀਂ ਤਾਂ ਕੇਸ ਤੇ ਬਾਅਦ ਚ ਰੱਖੇ, ਪਹਿਲੇ ਵੀ ਨਾਂ ਨਹੀਂ ਸੀ ਲੈਂਦੇ। ਔਰ ਉਹਨਾਂ ਨੇ ਮਹਾਰਾਜ ਨੇ ਹਜ਼ੂਰ ਸਾਹਿਬ ਨੇ ਕਿਹਾ ਕਿ ਭੈਣ ਆ ਗਈ ਸਾਡੀ। ਸੰਗਤ ਬਟਾਲੇ ਉਹ ਪਹੁੰਚੀ ਤੇ ਫਿਰ ਪੁੱਛਣ ਲੱਗੇ, ਕਹਿੰਦੇ ਚਾਚਾ ਜੀ ਦਾ ਕੀ ਹਾਲ ਹੈ। ਅੱਛਾ ਜੀ, ਵਾਹ। ਉਹਨੇ ਕਿਹਾ ਕਿ ਤੁਸੀਂ ਜਾਣਦੇ ਹੀ ਹੋ ਕਿੱਥੇ ਹੈਗੇ ਨੇ, ਕੀ ਹਾਲ ਹੈ, ਤੁਹਾਨੂੰ ਪਤਾ ਹੀ ਹੈ। ਬਾਬਾ ਜੀ ਉਦੋਂ ਬਾਬਾ ਜੀ ਕਹਿੰਦੇ ਸੀ। ਜੀ ਜੀ। ਤੇ ਫਿਰ ਉਹ ਕਹਿਣ ਲੱਗ ਪਏ ਕਿ ਹਾਂ, ਮਹਾਰਾਜ ਕਹਿੰਦੇ ਹਾਂ ਠੀਕ ਹੈ। ਕਹਿੰਦੇ ਚਾਚਾ ਜੀ ਇਸ ਟਾਈਮ ਜਿਹੜਾ ਨਾ ਉਹ ਜਿਹੜੀ ਮੰਜੀ ਹੈ ਨਾ, ਟੁੱਟੀ ਮੰਜੀ ਤੇ ਉੱਥੇ ਬੈਠੇ ਨੇ। ਇਹਦਾ ਚੌਂਕ ਜਿਹੜਾ ਚੌਂਕ ਹੈ ਨਾ ਸਾਡੇ ਘਰ ਦੇ, ਉਹਦੇ ਉੱਥੇ ਬੈਠੇ ਨੇ। ਤੇ ਉਹ ਇੱਥੇ ਏਦਾਂ ਕਰਕੇ ਮਤਲਬ ਉਹਨਾਂ ਨੇ ਕਈ ਕੁਝ ਦੱਸਿਆ ਉੱਥੇ, ਇਹ ਵੀ ਦੱਸਿਆ ਕਿ ਟੁੱਟੀ ਮੰਜੀ ਹੈ ਔਰ ਏਦਾਂ ਬੈਠੇ ਨੇ। ਉਹ ਕੋਈ ਯਕੀਨ ਹੋ ਗਿਆ ਤੇ ਉਹ ਆਈ, ਉਹਨੇ ਦੱਸਿਆ ਕਿ ਮਤਲਬ ਮਹਾਰਾਜ ਏਦਾਂ ਕਹਿੰਦੇ ਸੀ ਬਾਬਾ ਜੀ। ਤੇ ਫਿਰ ਉਹ ਉਸ ਤੋਂ ਬਾਅਦ ਸਾਡਾ ਮਿਲਣ ਹੋਇਆ ਜਦੋਂ ਗਾਜ਼ੀਆਬਾਦ ਆਏ। ਉਸ ਤੋਂ ਬਾਅਦ ਫਿਰ ਮਹਾਰਾਜ ਜੀ ਗਾਜ਼ੀਆਬਾਦ ਆਏ। ਹਾਂ, ਉਸ ਤੋਂ ਨਹੀਂ ਉਸ ਤੋਂ ਬਾਅਦ, ਹਾਂ ਉਸ ਤੋਂ ਬਾਅਦ ਗਾਜ਼ੀਆਬਾਦ ਆਏ ਤਾਈ ਹਰਾਂ ਦੇ ਘਰ। ਔਰ ਉਹਨਾਂ ਦੇ ਘਰ ਆਉਂਦੇ ਸੀ ਔਰ ਉਹਨਾਂ ਦੇ ਘਰ ਆ ਕੇ ਇੱਕ ਵਾਰੀ ਚਲੇ ਗਏ। ਫਿਰ ਮੈਂ ਗਿਆ, ਮੈਂ ਸੋਚਿਆ, ਮੈਂ ਕਿਹਾ ਬਾਬਾ ਜੀ ਜਿਹੜੇ ਹੋਣੇ ਆ ਉਹ ਕੋਈ ਜੋਗੀ ਕੱਪੜੇ ਪਾਏ ਹੋਣੇ ਆ ਜੀ, ਤੇ ਬਾਬਾ ਜੀ ਹੋਣੇ ਆ। ਤੇ ਵੇਖਿਆ ਤੇ ਉਹ ਕਿਹਨਾਂ ਦਾ ਬੋਲ ਬੈਟਮ ਪਾਈ ਤੇ ਹੈਪੀ ਕੱਟ ਮਤਲਬ ਬਾਲ ਰੱਖੇ ਵੱਡੇ ਵੱਡੇ। ਔਰ ਵੇਖਿਆ ਤੇ ਬਾਬਾ ਜੀ। ਫਿਰ ਉੱਥੇ ਅਸੀਂ ਬਹਿ ਗਏ ਸੰਗਤ ਦੇ ਵਿੱਚ ਬਹਿ ਗਏ ਤੇ ਫਿਰ ਸਵਾਲ ਜਵਾਬ ਉਹਨਾਂ ਦੇ ਲੋਕਾਂ ਦੇ ਹੋਏ, ਹੋਰਾਂ ਦੇ ਵੀ ਹੋਏ। ਸਾਡੀ ਵੱਡੀ ਭੈਣ ਨੂੰ ਨਾਮ ਦਿੱਤਾ ਮਹਾਰਾਜ ਨੇ। ਅੱਛਾ, ਉਸ ਟਾਈਮ ਸਾਡੀ ਹਾਂ ਉਸ ਟਾਈਮ ਤੇ ਫਿਰ ਉਹ ਵੱਡੀ ਭੈਣ ਨੂੰ ਪੜ੍ਹੀ ਲਿਖੀ ਤੇ ਹੈ ਨਹੀਂ ਸੀ ਉਹ ਵੱਡੀ ਭੈਣ ਸਾਡੀ ਜੀ। ਤੇ ਉਹ ਨਾਮ ਲੈ ਕੇ ਮਹਾਰਾਜ ਨੇ ਦੇ ਦਿੱਤਾ। ਹੁਣ ਉਹ ਕਹਿੰਦੇ ਕਿ ਪੜਾਂਗੇ ਕਿੱਦਾਂ, ਸੁਣਾਵਾਂਗੇ ਕਿੱਦਾਂ। ਉਸ ਟਾਈਮ ਮਹਾਰਾਜ ਨੇ ਕਿਹਾ ਕਿ ਮੈਨੂੰ ਕਹਿਣ ਲੱਗ ਪਏ, ਉਦੋਂ ਲਾਲਾ ਵੀ ਕਹਿੰਦੇ ਹੁੰਦੇ ਸੀ, ਕਹਿੰਦੇ ਲਾਲਾ ਜੀ ਇਹ ਨਾ ਪੜ੍ਹ ਕੇ ਇਹਨਾਂ ਨੂੰ ਸੁਣਾ ਦੇਣਾ, ਇਹਨਾਂ ਨੂੰ ਔਰ ਯਾਦ ਕਰਵਾ ਦੇਣਾ। ਠੀਕ ਮੈਂ ਹੈ। ਕਿਹਾ ਠੀਕ ਹੈ। ਉਸ ਟਾਈਮ ਨਾਮ ਉਹਨਾਂ ਨੇ ਦਿੱਤਾ ਭੈਣ ਸਾਡੀ ਨੂੰ। ਉਹ ਫਿਰ ਸਾਨੂੰ ਇੱਕ ਤਰ੍ਹਾਂ ਦਾ ਸਾਨੂੰ ਵੀ ਮਿਲ ਗਿਆ। ਫਿਰ ਏਦਾਂ ਹੀ ਕਰਦੇ ਕਰਦੇ ਅਸੀਂ ਫਿਰ ਉਹਨਾਂ ਨਾਲ ਅਟੈਚ ਹੋ ਗਏ। ਫਿਰ ਤੇ ਸ਼ੱਕਰਪੁਰ ਦੁਕਾਨ ਲਈ, ਉੱਥੇ ਦੁਕਾਨ ਤੇ ਬਹਿ ਗਏ।
ਅਸੀਂ ਬੈਠੇ ਸਾਂ ਤੇ ਹਜ਼ੂਰ ਸਾਹਿਬ ਆਏ ਤੇ ਮੈਂ ਬੈਠਾ ਸਾਂ, ਸਮਾਨ ਤੋਲਣ ਡਿਆ ਸਾਂ। ਉਹ ਸਾਡਾ ਇਹਦਾ ਸੀ ਕੀ ਨਾਮ ਦਾ, ਨਮਕੀਨ ਵਗੈਰਾ ਦਾ ਕੰਮ, ਬਣਿਆ ਬਣਾਇਆ ਲਿਆਉਂਦੇ ਸਾਂ, ਬਣਿਆ ਬਣਾਇਆ ਅੱਗੋਂ ਵੇਚ ਦਿੰਦੇ ਸਾਂ। ਤੇ ਉਹ ਪਰਚੂਨ ਦਾ ਵੀ ਛੋਟਾ ਥੋੜਾ ਹਲਕਾ ਸਮਾਨ, ਮਤਲਬ ਰੁਪਈਆ 98 ਦਾ ਵੀ ਵੇਚਦੇ ਸਾਂ, ਜੀ ਜੀ ਕਿਲੋਆਂ ਦੇ ਹਿਸਾਬ ਨਾਲ ਵੇਚਦੇ ਸਾਂ। ਤੇ ਮੈਨੂੰ ਕਹਿੰਦੇ ਲਾਲਾ ਤੂੰ ਇੱਧਰ ਆ ਜਾ, ਮੈਨੂੰ ਕਹਿੰਦੇ ਲਾਲਾ ਤੂੰ ਇੱਧਰ ਆ ਜਾ। ਮੈਂ ਕਿਹਾ ਬੈਠੋ ਤੁਸੀਂ ਆਰਾਮ ਕਰੋ। ਕਹਿੰਦੇ ਯਾਰ ਇੱਧਰ ਆ ਨੂੰ, ਅਸੀਂ 13 ਤੋਲਨੇ ਆ, ਇੱਧਰ ਆ ਜਾ ਤੂੰ। ਮੈਂ ਕਿਹਾ ਠੀਕ ਹੈ। ਉਹਨਾਂ ਨੇ ਤਕੜੀ ਆਪੀ ਫੜੀ, ਉਹ ਇੱਕੋ ਵੱਟਾ ਰੱਖਿਆ, ਬਸ ਉਹਦੇ ਨਾਲ ਹੀ ਦੇਈ ਜਾਣ ਜੋ ਵੀ ਹੈ। ਮੈਂ ਠੀਕ ਹੈ। ਅੱਛਾ, ਇੱਕ ਵੱਟੇ ਨਾਲ ਸਭ ਨੂੰ ਪਾ ਕੇ ਦੇਈ ਜਾਣ। ਉਹ ਭਾਵੇਂ ਉਹ ਰੁਪਈਏ ਦਾ ਲੈਣ ਡਿਆ ਸੀ ਤੇ ਭਾਵੇਂ 50 ਪੈਸੇ ਦਾ ਲੈਣ ਡਿਆ ਸੀ, ਉਹ ਉਹਦੇ ਨਾਲ ਇੱਕੋ ਵੱਟੇ ਨਾਲ ਤੋਲੀ ਜਾਣ। ਮੈਂ ਚੁੱਪ ਕਰਕੇ ਖਲੋਤੇ ਰਹੇ। ਮੈਂ ਹੋਏਗਾ ਕੋਈ ਕੌਤਕ। ਤੇ ਇਸ ਤਰ੍ਹਾਂ ਕਰਕੇ ਫਿਰ ਸਾਡੇ ਨਾਲ ਹੋਇਆ। ਫਿਰ ਉਦੋਂ ਸਾਡੇ ਤਾਏ ਹੈਗੇ ਨਾ, ਇੱਕ ਸਾਡੇ 3 ਤਾਏ ਹੈਗੇ ਸੀ। ਇੱਕ ਤੇ ਗਾਜ਼ੀਆਬਾਦ ਰਹਿੰਦੇ ਸੀ, 2 ਸ਼ਾਹਦ ਰਹਿੰਦੇ ਸੀ ਜੀ, ਜਿਨ੍ਹਾਂ ਦਾ ਹਜ਼ੂਰ ਸਾਹਿਬ ਦਾ ਬਹੁਤ ਮਤਲਬ ਯਾਰਾਨਾ, ਜਿਹਨੂੰ ਹਜ਼ੂਰ ਸਾਹਿਬ ਦੇ ਫਾਦਰ ਜਿਹੜੇ ਸੀ ਉਹਨਾਂ ਦਾ ਯਾਰਾਨਾ ਬੜਾ ਸੀ ਉਹਨਾਂ ਨਾਲ ਜੀ, ਉਹਨਾਂ ਨਾਲ ਬਿਜ਼ਨਸ ਵਗੈਰਾ ਉਹਦੇ ਨਾਲ ਹੀ ਕਰਦੇ ਸੀ। ਕੋਈ ਜਿੱਦਾਂ ਆਉਂਦੀ ਹੈ ਵਿਸਾਖੀ, ਆਉਂਦੀ ਹੈ, ਵਿਸਾਖੀ ਦੇ ਵਿੱਚ ਜਲੇਬੀਆਂ ਦਾ ਕੋਈ ਮੇਲਾ ਆਉਂਦਾ ਵਿਸਾਖੀ ਦਾ, ਜਾਂ ਹੋਰ ਕੋਈ ਮੇਲਾ ਲੱਗਦਾ ਸੀ, ਤਾਂ ਉੱਥੇ ਆ ਹਲਵਾਈ ਦਾ ਕੰਮ ਕਰਦੇ ਹੁੰਦੇ ਸੀ ਸਾਡੇ ਤਾਏ ਹਰੀ ਔਰ ਹਜ਼ੂਰ ਸਾਹਿਬ ਦੇ ਫਾਦਰ ਸਾਹਿਬ, ਇਹ ਇਕੱਠੇ ਰਹਿੰਦੇ ਸੀ ਜੀ। ਤੇ ਉਹਨਾਂ ਦੇ ਮੁੰਡੇ ਦਾ ਵਿਆਹ ਸੀ। ਇਹ ਫੋਟੋਆਂ ਹੁਣੇ ਵਿੱਚ ਜੇ ਪਾਈਆਂ ਵੀ ਹੈ, ਉਹਦੇ 'ਚ ਮੈਂ ਫੇਸਬੁੱਕ ਤੇ ਵੀ ਪਾਈਆਂ, ਹੋਰਾਂ ਨੇ ਵੀ ਕਈਆਂ ਨੇ ਪਾਈਆਂ ਜੀ। ਉਹ ਉਹਨਾਂ ਦੀਆਂ ਲੜਕੇ ਦੀਆਂ ਫੋਟੋਆਂ। ਅੱਛਾ ਜੀ। ਤੇ ਮਾਰੇ ਮੈਨੂੰ ਕਹਿੰਦੇ ਚੱਲ ਯਾਰ ਚਾਚਾ ਜੀ ਨੂੰ ਮਿਲਣਾ। ਸਾਡੇ ਫਾਦਰ ਸਾਹਿਬ ਨੂੰ ਚਾਚਾ ਹੀ ਕਹਿੰਦੇ ਸੀ। ਅੱਛਾ ਜੀ। ਤੇ ਕਹਿੰਦੇ ਯਾਰ ਚਾਚਾ ਜੀ ਨੂੰ ਮਿਲਣਾ ਤੇ ਉਹ ਵਿਆਹ ਤੇ ਲੈ ਕੇ ਜਾਣਾ। ਮੈਂ ਕਿਹਾ ਜੀ ਉਹ ਤੇ ਜੰਮੂ ਮਸਜਿਦ ਹੈਗੇ ਨੇ, ਉਹ ਸ਼ੱਕਰਪੁਰ ਜੰਮੂ ਮਸਜਿਦ ਜੀ। ਕਹਿੰਦੇ ਚੱਲਨੇ ਆ। ਮਹਾਰਾਜ ਦੀ ਗੱਡੀ ਸੀ, ਮਹਾਰਾਜ ਇਕੱਲੇ ਸੀ ਜੀ। ਤੇ ਮੈਨੂੰ ਕਹਿੰਦੇ ਚੱਲ ਆਪ ਬਹਿ ਜਾਂਦੇ। ਸ਼ੱਕਰਪੁਰ ਤੋਂ ਅਸੀਂ ਫਿਰ ਉੱਥੇ ਗਏ, ਕੀ ਕਹਿੰਦੇ ਨੇ, ਜੰਮੂ ਮਸਜਿਦ। ਜਦੋਂ ਇਹਨਾਂ ਦਾ ਪੁਲ ਪਾਰ ਕਰ ਲਿਆ ਜਮਨਾ ਦਾ, ਤੇ ਉਦੋਂ ਰਸਤਾ ਵੀ ਛੋਟਾ ਸੀ ਜੀ। ਸੌੜਾ ਰਸਤਾ ਸੀ, ਛੋਟਾ ਰਸਤਾ ਮਤਲਬ ਜੀ ਜੀ। ਉਹ ਬੱਸਾਂ ਟਰੱਕਾਂ ਨਾਲੋਂ ਖਹਿ ਕੇ ਲੰਘਦੀਆਂ ਸੀ, ਬਹੁਤ ਛੋਟਾ ਰਸਤਾ ਸੀ, ਇਹ 2 ਗੱਡੀਆਂ ਮੁਸ਼ਕਲ ਨਾਲ ਲੰਘਦੀਆਂ ਸੀ। ਤੇ ਮਹਾਰਾਜ ਨੇ ਕੀ ਕੀਤਾ, ਇਹਨਾਂ ਹਜ਼ੂਰ ਸਾਹਿਬ ਕੀ ਕਰਦੇ ਨੇ ਕਿ ਉਹ ਇਹਨਾਂ ਦਾ ਜਦੋਂ ITO ਤੋਂ ਅੱਗੇ ਨਿਕਲਣ ਲੱਗਿਆ, ਗਾਂਧੀ ਸਮਾਧ ਵੱਲ ਜਾਣ ਡੇ ਸਾਂ, ਜੀ। ਇਹਨਾਂ ਨੇ ਕੀ ਕੀਤਾ ਕਿ ਉਹ ਹੱਥ ਛੱਡ ਦਿੱਤੇ, ਸਟੀਅਰਿੰਗ ਤੇ ਕੋਈ ਨਹੀਂ ਹੱਥ ਲਾਣ ਡੇ, ਚੌਂਕੜੀ ਮਾਰ ਕੇ ਬਹਿ ਗਏ। ਮੈਂ ਕਿਹਾ ਯਾਰ ਗਏ ਹੁਣ ਇਹ ਤੇ ਉਦੋਂ ਤੇ ਨਹੀਂ ਸੀ ਨਾ ਪਤਾ, ਉਦੋਂ ਯੰਗ ਹੈਗੇ ਸਾਂ ਜੀ। ਤੇ ਮਾਰੇ ਮੈਂ ਕਿਹਾ ਹੁਣ ਵੀ ਗਏ ਤੇ ਹੁਣ ਵੀ ਗਏ। ਮੈਂ ਕਿਹਾ ਇੱਧਰੋਂ ਗੱਡੀਆਂ ਬੱਸ ਲੰਘਦੀ ਹੈ ਜਾਂ ਟਰੱਕ ਲੰਘਦਾ, ਮੈਂ ਕਿਹਾ ਕਿਤੇ ਨਾ ਕਿਤੇ ਗਏ। ਉੱਥੋਂ ਤੱਕ ਜਾਂਦੇ ਗਾਂਧੀ ਸਮਾਧ ਤੋਂ ਅੱਗੇ ਜਦੋਂ ਨਿਕਲੇ, ਜਦੋਂ ਉੱਥੇ ਮੁੜਨਾ ਸੀ ਸਾਈਡ ਤੋਂ, ਜੀ। ਸਾਹ ਆਇਆ। ਮੈਂ ਕਿਹਾ ਵੀ ਇੱਧਰ ਮੁੜਨਾ ਖੱਬੇ ਪਾਸੇ। ਫਿਰ ਉਹਨਾਂ ਨੇ ਸਟੀਅਰਿੰਗ ਨੂੰ ਹੱਥ ਪਾਇਆ, ਮੇਰੇ ਸਾਹ ਆਇਆ। ਮੈਂ ਕਿਹਾ ਚੱਲ ਸ਼ੁਕਰ ਹੈ, ਨਹੀਂ ਤੇ ਮੈਂ ਕਿਹਾ ਕਿਤੇ ਇੱਥੇ ਕੰਮ ਹੁੰਦਾ। ਫਿਰ ਉੱਥੇ ਗਏ ਤੇ ਮਹਾਰਾਜ ਕਹਿੰਦੇ ਕਿੱਥੇ ਹੈ? ਮੈਂ ਕਿਹਾ ਉਹ ਮੱਛੀ ਮਾਰਕੀਟ 'ਚ, ਤੁਸੀਂ ਇੱਥੇ ਖਲੋਵੋ ਤੇ ਮੈਂ ਬੁਲਾ ਕੇ ਲਿਆਣਾ। ਜੀ। ਕਿਉਂਕਿ ਮੁਸ਼ਕ ਬੜੀ ਆਉਂਦੀ ਉੱਥੇ ਮੱਛੀਆਂ ਦੀ। ਜੀ। ਕਹਿੰਦੇ ਨਹੀਂ ਚੱਲ ਥੋੜਾ ਕੁ ਅੱਗੇ ਚੱਲਣਾ ਮੈਂ, ਕਿ ਕੋਈ ਨਹੀਂ ਤੂੰ ਬੁਲਾ ਲੈ। ਮੈਂ ਕਿਹਾ ਠੀਕ ਹੈ। ਉਹ ਫਿਰ ਉੱਥੋਂ ਬੁਲਾ ਕੇ ਲਿਆਏ ਤੇ ਇਹ ਨਾਰਾਜ਼ ਸੀ ਦੋਨੋਂ ਤਾਏ ਹਰੀ ਸਾਡੇ ਔਰ ਸਾਡੇ ਫਾਦਰ ਸਾਹਿਬ। ਫਿਰ ਉਹਨਾਂ ਨੇ ਹਜ਼ੂਰ ਸਾਹਿਬ ਨੇ ਕਿਹਾ ਚਾਚਾ ਜੀ ਚਲੋ ਤਿਆਰ ਹੋ ਕੇ ਤੇ ਸਾਡੇ ਨਾਲ ਹੀ ਚਲੋ। ਫਿਰ ਉਦਾਂ ਹੀ ਉਹ ਆਏ, ਉਦਾਂ ਹੀ ਕੱਪੜੇ ਵੀ ਨਹੀਂ ਪਾਏ ਉਹਨਾਂ ਨੇ, ਉਦਾਂ ਹੀ ਤੁਰ ਪਏ। ਉਹ ਫਿਰ ਉਹ ਤਾਏ ਹਰਾਂ ਦੇ ਉਹ ਮੁੰਡੇ ਦਾ ਵਿਆਹ ਸੀ ਉੱਥੇ ਜੀ, ਉੱਥੇ ਪਹੁੰਚੇ। ਆ ਫੋਟੋਆਂ ਪਾਈਆਂ ਮੈਂ ਦੇਖੀਆਂ ਹੈਗੀਆਂ ਵਿਆਹ ਤੇ, ਮਹਾਰਾਜ ਜੀ ਸਿਹਰਾ ਬਣ ਰਿਹਾ, ਹਾਰ ਪਾ ਰਹੇ ਆ, ਨਾਲ ਖੜੇ ਏਦਾਂ ਸਾਰੇ ਜਣੇ ਨਾ, ਇਹ ਉਦੋਂ ਦੀਆਂ ਫੋਟੋਆਂ।
ਉਹਨਾਂ ਦੀ ਫੋਟੋ। ਫਿਰ ਉਹਦਾ ਨਾਂ ਫਿਰ ਕਿੱਦਾਂ ਬਣਿਆ ਇਹ, ਜਦੋਂ ਉੱਥੇ ਆਣਾ ਜਾਣਾ ਸ਼ੁਰੂ ਹੋ ਗਿਆ ਤੁਹਾਡੇ ਸਾਰਿਆਂ ਕੋਲ, ਉੱਥੇ ਕੀਰਤਨ ਕਰਨਾ ਸ਼ੁਰੂ ਹੋ ਗਿਆ, ਫਿਰ ਕਿੱਦਾਂ ਮਨ 'ਚ ਆਇਆ ਕਿ ਵੀ ਡੇਰਾ ਕੋਈ ਜਾਂ ਜਗ੍ਹਾ ਹੋਵੇ? ਉਹ ਕਿੱਦਾਂ ਬਣਿਆ ਪ੍ਰੋਗਰਾਮ? ਡੇਰਾ ਇਸ ਤਰ੍ਹਾਂ ਬਣਿਆ ਕਿ ਹਜ਼ੂਰ ਸਾਹਿਬ ਕੋਲ ਆਉਂਦੇ ਹੁੰਦੇ ਸੀ, ਗੁਪਤਾ ਜੀ ਆਉਂਦੇ ਸੀ, ਉਹ ਅਸ਼ੋਕ ਸੀ ਗੁਪਤਾ ਜੀ ਦਾ ਲੜਕਾ। ਉਹ ਉਹਨਾਂ ਨੇ ਜਗ੍ਹਾ ਵੇਖੀ ਸੀ ਇੱਥੇ, ਜਿਹੜੀ ਲੋਨੀ ਇੰਦਰਾਪੁਰੀ ਲੋਨੀ ਹੈਗੀ ਹੈ ਜਗ੍ਹਾ। ਇਹ ਜਗ੍ਹਾ ਹੈਗੀ ਹੈ ਕਾਂਤਾ ਪ੍ਰਸ਼ਾਦ ਮਾਡਲ ਟਾਊਨ ਅੰਦਰ, ਉਹਨੇ ਇਹ ਕਲੋਨੀ ਕੱਟੀ ਸੀ। ਔਰ ਗੁਪਤਾ ਜੀ ਜਿਹੜੇ ਸੀ ਉਹ ਪ੍ਰਧਾਨ ਸੀ ਕਲੋਨੀ ਦੇ। ਕਲੋਨੀ ਜਿਹੜੀ ਜਵਾਹਰ ਨਗਰ ਕਲੋਨੀ ਹੈਗੀ ਲੋਨੀ, ਜੀ ਜੀ ਉਹਦੇ ਪ੍ਰਧਾਨ ਸੀ ਜੀ। ਤੇ ਉੱਥੇ ਜਗ੍ਹਾ ਜਿਹੜੀ ਸੀ, ਇੱਥੇ ਜਿਹੜੀ ਜਗ੍ਹਾ ਸੀ ਤੇ ਉਹ ਹੈਗੀ ਸੀ ਮੰਦਿਰ, ਇੱਥੇ ਹੈਗਾ ਸੀ ਪਹਿਲੇ। ਓਕੇ, ਮੰਦਿਰ ਦੀ ਜਗ੍ਹਾ ਛੱਡੀ ਸੀ? ਹਾਂ, ਮੰਦਿਰ ਬਣਿਆ ਸੀ। ਬਣਿਆ ਸੀ, ਅੱਛਾ ਜੀ। ਬਣਿਆ ਸੀ ਪਹਿਲੇ ਜੀ ਸੀ, ਬਣਿਆ ਸੀ, ਜੀ। ਮਗਰ ਉੱਥੇ ਕੋਈ ਮੂਰਤੀ ਪੂਜਾ, ਉੱਥੇ ਥੜਾ ਬਣਿਆ ਸੀ ਜਿੱਥੇ ਮੂਰਤੀ ਸਥਾਪਨਾ ਨਹੀਂ ਹੋਈ ਸੀ। ਨਹੀਂ, ਸ਼ਿਵਲਿੰਗ ਰੱਖਿਆ ਸੀ ਇਹਨਾਂ ਨੇ ਪਹਿਲੇ, ਉਹ ਸ਼ਿਵਲਿੰਗ ਨਹੀਂ ਸੀ ਉੱਥੇ, ਬਸ ਥੜਾ ਬਣਿਆ ਸੀ ਉਹ। ਔਰ ਉਹ ਉਸ ਟਾਈਮ ਅਸੀਂ ਕਿ ਇਹਨਾਂ ਦਾ ਜਿਹੜਾ ਥੜਾ ਬਣਿਆ ਸੀ, ਉਹ ਫਿਰ ਥੜਾ ਅਸੀਂ ਤੋੜ ਕੇ ਤੇ ਉਹ ਪੱਧਰਾ ਕੀਤਾ ਸੀ। ਬਲਵਿੰਦਰ ਸਿੰਘ ਹਜੂਰੀ ਰਾਗੀ, ਅਸੀਂ ਔਰ ਕਸੀਟਾ ਰਾਮ ਬਾਬਾ ਜੀ ਉਸ ਟਾਈਮ ਆ ਗਏ ਸੀ। ਔਰ ਇੱਕ ਸਾਡੇ ਕਿ ਇਹਨਾਂ ਦਾ ਮਾਮਾ ਜੀ ਲੱਗਦੇ ਸੀ ਇਹਨਾਂ ਦੇ, ਜਿਹੜੇ ਖੜਕ ਸਿੰਘ ਸੀ, ਜਿਹੜੇ ਤਾਏ ਜਿਨ੍ਹਾਂ ਦਾ ਹਜੂਰ ਸਾਹਿਬ ਦੇ ਫਾਦਰ ਸਾਹਿਬ ਪੰਡਤ ਜਗਨਨਾਥ ਜੀ, ਉਹਨਾਂ ਦੀ ਇਹਨਾਂ ਦੀ ਦੋਨਾਂ ਦੀ ਯਾਰੀ ਸੀ। ਤੇ ਉਹਨਾਂ ਦੇ ਇੱਕ ਸਾਲੇ ਸਾਹਿਬ ਸੀ, ਉਹਨਾਂ ਦਾ ਨਾਂ ਸੀ, ਨਾਂ ਯਾਦ ਨਹੀਂ ਆ ਰਿਹਾ। ਤੇ ਉਹ ਵੀ ਇੱਥੇ ਰਹਿੰਦੇ ਸੀ, ਕੀ ਕਹਿੰਦੇ ਨੇ, ਸ਼ਕਰਪੁਰੀ ਰਹਿੰਦੇ ਸੀ। ਅੱਛਾ ਜੀ। ਔਰ ਉਹਨਾਂ ਦੇ ਜਿਹੜੇ ਸ਼ਕਰਪੁਰ ਰਹਿੰਦੇ ਸੀ, ਤੇ ਉਹਨਾਂ ਨੂੰ ਗੱਦੀ ਉਹ ਭੁਗਤਾਉਂਦੇ ਹੁੰਦੇ ਸੀ ਗੱਦੀ। ਅੱਛਾ, ਦਰਬਾਰ, ਓਕੇ। ਹਾਂ, ਲੋਨੀ ਦਰਬਾਰ ਉਹ ਭੁਗਤਾਉਂਦੇ ਸੀ। ਉਸ ਤੋਂ ਬਾਅਦ ਫਿਰ ਕਸੀਟਾ ਰਾਮ ਬਾਬਾ ਜੀ ਨੂੰ ਗੱਦੀ ਮਿਲੀ ਸੀ ਜੀ। ਔਰ ਸਾਰੇ ਤੋਂ ਪਹਿਲੇ ਜਿਹੜੇ ਪਰੇਠੀ ਦੇ ਬਾਬਾ ਜੀ ਹੈਗੇ ਨੇ, ਉਹ ਓਮ ਬਾਬਾ ਜੀ ਨੇ, ਜਿਨ੍ਹਾਂ ਨੂੰ ਹਜੂਰ ਸਾਹਿਬ ਨੇ ਨਾਂ ਦਿੱਤਾ ਸੀ ਸੁੰਦਰ ਬਾਬਾ ਜੀ। ਸੁੰਦਰ ਦਾਸ ਜੀ। ਹਾਂਜੀ। ਇਹ ਦੱਸੋ ਕਿ ਜਦੋਂ ਉਹਨਾਂ ਨੇ, ਗੁਪਤਾ ਜੀ ਉੱਥੇ ਗਾਜ਼ੀਆਬਾਦ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਉੱਥੇ ਜਗ੍ਹਾ ਹੈਗੀ ਹੈ ਤੇ ਮਹਾਰਾਜ ਜੀ ਫਿਰ ਦੇਖਣਗੇ। ਹਾਂ, ਤੇ ਜਗ੍ਹਾ ਵੇਖਣ ਨਹੀਂ ਗਏ, ਫਿਰ ਉਹ ਗੁਪਤਾ ਜੀ ਆਉਣਾ ਸ਼ੁਰੂ ਹੋ ਗਏ ਸੀ ਇਹਨਾਂ ਦੇ ਘਰ ਪਹਿਲੇ ਹੀ ਜੀ। ਗੁਪਤਾ ਜੀ ਘਰ ਆਏ, ਫਿਰ ਅਸੀਂ ਵੀ ਜਾਣੇ ਹੁੰਦੇ ਸੀ ਗੁਪਤਾ ਜੀ ਘਰ। ਫਿਰ ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਸੀ, ਉਹ ਜਗ੍ਹਾ ਗੱਲਬਾਤ ਹੋ ਗਈ। ਇਹਨਾਂ ਨੇ ਪ੍ਰਧਾਨ ਸੀ, ਤੇ ਪ੍ਰਧਾਨ ਨੇ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਠੀਕ ਹੈ ਜੀ, ਲੈ ਲਓ ਜਗ੍ਹਾ। ਇਹ ਜਿਹੜੀ ਜਗ੍ਹਾ, ਇੰਨੀ ਜਗ੍ਹਾ ਹੈਗੀ ਸੀ 22,000 ਗਜ। 22 ਵਿਗੇ, ਹਾਂ ਠੀਕ ਹੈ। 22,000 ਗਜ ਜਿਹੜੀ ਹੈ, ਉਹ ਜਗ੍ਹਾ ਜਿਹੜੀ ਹੈ, ਉਹ ਡੇਰੇ ਨੂੰ ਮਿਲੀ ਸੀ। ਜਾਂ 22 ਵਿਗੇ ਕਹਿੰਦੇ ਸੀਗੇ, 22,000 ਗਜ, ਠੀਕ ਹੈ। ਹਾਂ, ਤੇ ਇਹ ਜਿਹੜੀ ਇੱਧਰ ਵਾਲੀ ਹੈ ਨਾ, ਕਿ ਇਹਨਾਂ ਦਾ ਸਰੋਵਰ ਸਰਾਬ ਤੋਂ ਉਰਲੇ ਪਾਸੇ ਦੀ ਜਗ੍ਹਾ ਜਿਹੜੀ ਹੈ, ਜਿਹੜੇ ਪਾਸੇ ਕਿ ਇਹਨਾਂ ਦਾ ਰੋਡ ਬਣਿਆ ਹੈ, ਜੀ ਰੋਡ ਤੋਂ ਜੀ। ਉਰਲੇ ਪਾਸੇ, ਉਹ ਇਹ ਉਰਲੇ ਪਾਸੇ ਜਿਹੜੀ ਜਗ੍ਹਾ ਹੈ, ਇਹ ਹਜੂਰ ਸਾਹਿਬ ਨੇ ਖਰੀਦੀ ਸੀ। ਮੁਸਲਮਾਨ ਹੈਗੇ ਸੀ, 11 ਮੈਂਬਰ ਸੀ, ਉਹਨਾਂ ਦੇ ਸਾਈਨ ਕਰਵਾ ਕੇ ਉਹ ਜਗ੍ਹਾ ਲਈ ਸੀ ਬਾਅਦ ਚ। ਅੱਛਾ, ਇਹ ਦੱਸੋ ਕਿ ਜਦੋਂ ਸ਼ੁਰੂਆਤ ਹੋਈ ਲੋਨੀ ਦਰਬਾਰ ਦੀ, ਤੇ ਫਿਰ ਕੀ ਮਹਾਰਾਜ ਜੀ ਗਾਜ਼ੀਆਬਾਦ ਤੋਂ ਫਿਰ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਗੁਪਤਾ ਜੀ ਦੇ, ਤੇ ਫਿਰ ਦਰਬਾਰ ਹੌਲੀ ਹੌਲੀ ਬਣਨਾ ਸ਼ੁਰੂ ਹੋ ਗਿਆ? ਨਹੀਂ, ਇਸ ਤਰ੍ਹਾਂ ਕਿ ਇਹਨਾਂ ਦਾ ਜਿਹੜਾ ਡੇਰਾ ਬਣ ਗਿਆ, ਡੇਰਾ ਲੈ ਲਿਆ, ਜਦੋਂ ਜਗ੍ਹਾ ਲੈ ਲਈ, ਉਸ ਤੋਂ ਬਾਅਦ ਇੱਥੇ ਡੇਰੇ ਤੇ ਕੁਝ ਵੀ ਨਹੀਂ ਸੀ। ਇੱਥੇ ਨਿਸ਼ਾਨ ਸਾਹਿਬ ਸੀ, ਸਿਰਫ ਨਿਸ਼ਾਨ ਸਾਹਿਬ ਮਹਾਰਾਜ ਨੇ ਉੱਥੇ ਨਿਸ਼ਾਨ, ਜਿੱਥੇ ਚਿੱਟਾ ਨਿਸ਼ਾਨ ਸਾਹਿਬ ਲੱਗਿਆ ਹੁਣ ਵੀ, ਇੱਥੇ ਮਹਾਰਾਜ ਨੇ ਨਿਸ਼ਾਨ ਸਾਹਿਬ ਲਾਇਆ ਸੀ। ਔਰ ਉੱਥੇ ਨਿਸ਼ਾਨ ਸਾਹਿਬ ਲਾਉਣ ਤੋਂ ਬਾਅਦ, ਔਰ ਇੱਥੇ ਇੱਕ ਕਮਰਾ ਹੁੰਦਾ ਸੀ, ਲੋਨੀ ਦਰਬਾਰ ਇੱਕੋ ਹੀ ਕਮਰਾ ਹੁੰਦਾ ਸੀ। ਔਰ
ਉਹਦੇ ਚਾਰੋਂ ਪਾਸੇ ਖਿੜਕੀਆਂ ਹੈਗੀਆਂ ਸੀ ਤੇ 2 ਦਰਵਾਜ਼ੇ ਸੀ ਤੇ ਉੱਤੇ ਛੱਤ ਨਹੀਂ ਸੀ। ਔਰ ਉਸ ਟਾਈਮ ਅਸੀਂ ਹੋਰ ਕੋਈ ਵੀ ਨਹੀਂ ਸੀ ਸੌਂਦਾ ਸਿਵਾਏ ਸਾਡੇ ਤੋਂ, ਕਿਉਂਕਿ ਉੱਥੇ ਡੱਬ ਔਰ ਕੀ ਨਾਂ ਦਾ ਕਿੱਕਰ ਤੇ ਚਿੱਟਾ ਕੀ ਕਹਿੰਦੇ ਨੇ ਜਿਹਨੂੰ ਲੋਨ ਕਹਿੰਦੇ ਨੇ, ਜਿਹਦੇ ਨਾਲ ਕੱਪੜੇ ਧੋਂਦੇ ਨੇ, ਉਹੀ ਸੀ। ਉਹਦੇ ਨਾਂ ਤੋਂ ਲੋਨੀ ਨਾਮ ਪਿਆ ਸੀ। ਇੱਥੋਂ ਧੋਬੀ ਵਗੈਰਾ ਇੱਥੋਂ ਉਹੀ ਮਤਲਬ ਲੈ ਕੇ ਜਾਂਦੇ ਸੀ ਚਿੱਟਾ ਸੋਡਾ ਕਹਿ ਲਓ ਜਾਂ ਲੂਣ ਕਹਿ ਲਓ, ਉਹਦੇ ਨਾਲ ਹੀ ਕੱਪੜੇ ਧੋਂਦੇ ਸੀ। ਅੱਛਾ ਜੀ, ਓਕੇ। ਤੇ ਇੱਥੇ ਕੱਲੇ ਅਸੀਂ ਕੱਲੇ ਰਹਿੰਦੇ ਹੁੰਦੇ ਸਾਂ, ਹੋਰ ਕੋਈ ਵੀ ਨਹੀਂ ਸੀ ਰਹਿੰਦਾ। ਔਰ ਕਈ ਵਾਰੀ ਸੱਪ ਮੇਰੀ ਛਾਤੀ ਤੇ ਬੈਠੇ ਹੁੰਦੇ ਸੀ, ਔਰ ਸੱਪ ਛਾਤੀ ਤੇ ਬੈਠੇ ਹੁੰਦੇ ਸੀ। ਤੇ ਇੱਕ ਵਾਰੀ ਘਸੀਟਾ ਰਾਮ ਬਾਬਾ ਜੀ ਔਰ ਗੁਪਤਾ ਜੀ ਦੋਨੋਂ ਆਏ ਤੇ ਉਦੋਂ ਲਾਈਟ ਜਿਹੜੀ ਹੈ ਗੁਪਤਾ ਜੀ ਦੇ ਘਰ ਸੀ, ਜਿਹੜਾ ਪੁਰਾਣਾ ਗੇਟ ਹੈ ਜਿਹੜਾ ਸੱਚਖੰਡ ਵਾਲੇ ਪਾਸੇ ਹੈ ਜੀ, ਉਹ ਗੇਟ, ਔਰ ਹੁਣ ਦੂਸਰੇ ਪਾਸੇ ਆ ਗਿਆ। ਹੁਣ ਜਿੰਨਾ ਦੂਸਰੇ ਪਾਸੇ ਗੇਟ ਹੈ, ਦੂਸਰੇ ਉਥੋਂ ਇੰਨਾ ਕੀ ਪਰਲੇ ਪਾਸੇ ਗੁਪਤਾ ਜੀ ਦੇ ਘਰ ਸੀ ਜੀ। ਉੱਥੋਂ ਅਸੀਂ ਤਾਰ ਪਾ ਕੇ ਤੇ ਕਿਹਨਾਂ ਦਾ ਇੱਥੇ ਲੋਨੀ ਦਰਬਾਰ ਉਹਦੀ ਬਿਜਲੀ ਇੱਕ ਲਿਆਂਦੀ ਤਾਰ ਉੱਥੋਂ ਲੈ ਕੇ ਆਏ ਸੀ। ਜੀ। ਔਰ ਉੱਥੋਂ ਲੈ ਕੇ ਆਏ ਕਿ ਫਿਰ ਅਸੀਂ ਕੀ ਕਰਦੇ ਸੀ ਕਿ ਉਹਦੇ ਵਿੱਚ ਥੱਲੇ ਅਰਥ ਦੇਣਾ ਪੈਂਦਾ ਸੀ। ਉੱਥੇ ਅਰਥ ਇੱਕ ਵੱਡੀ ਜਿਹੀ ਉੱਥੇ ਸਰੀਆ ਗੱਡਿਆ ਸੀ ਤੇ ਹੁਣ ਪਾਣੀ ਕਿੱਥੋਂ ਲਿਆਈਏ, ਪਾਣੀ ਉੱਥੇ ਹੈ ਨਹੀਂ ਸੀ। ਫਿਰ ਉੱਥੇ ਬਾਥਰੂਮ ਕਰਦੇ ਹੁੰਦੇ ਸੀ ਤੇ ਉਹ ਬਾਥਰੂਮ ਉਹਦਾ ਅਰਥ ਮਿਲ ਜਾਂਦਾ ਸੀ ਤੇ ਲਾਈਟ ਮਤਲਬ ਜਗ ਜਾਂਦੀ ਸੀ, ਬਲਬ ਜਲ ਜਾਂਦਾ ਸੀ। ਤੇ ਇਸ ਤਰ੍ਹਾਂ ਕਰਕੇ ਉੱਥੇ ਰਹਿੰਦੇ ਸੀ। ਔਰ ਦਾਬੜੇ ਜਿਹੜੇ ਆ, ਦਾਬੜੇ ਹੁੰਦੇ ਨਾ ਜਿਹਦਾ ਮਿੱਟੀ ਢੋਂਦੇ ਨੇ, ਜੀ ਤਸਲੇ ਜੀ ਜਿਹਨੂੰ ਜੀ ਕਹਿੰਦੇ, ਜੀ। ਤਸਲੇ ਉਹ ਦਾਬੜਿਆਂ ਦੇ ਵਿੱਚ ਅਸੀਂ ਸੇਵਾ ਕਰਦੇ ਸਾਂ ਦਾਬੜਿਆਂ 'ਚ। ਉਹੀ ਦਾਬੜੇ ਦੇ ਵਿੱਚ ਫਿਰ ਧੋ ਕੇ ਉਹਦੇ ਵਿੱਚ ਆਟਾ ਗੁੰਨ ਲੈਣਾ, ਉਹ ਆਟਾ ਗੁੰਨ ਕੇ ਫਿਰ ਉਹਨੂੰ ਸਿੱਧਾ ਕਰਕੇ ਤੇ ਉਹਦੇ ਵਿੱਚ ਦਾਲ ਸਬਜ਼ੀ ਜੋ ਵੀ ਬਣਾਉਣੀ ਉਹਦੇ ਦਾਬੜੇ 'ਚ ਹੀ ਬਣਾ ਲੈਣੀ। ਏਦਾਂ ਕਰਕੇ ਉੱਥੇ ਰਹਿੰਦੇ ਹੁੰਦੇ ਸੀ। ਸੋ ਇਹ ਉਸ ਟਾਈਮ ਦਾ ਤੁਹਾਨੂੰ ਪਤਾ ਹੈ ਕਿ ਜਦੋਂ ਕਿਸੇ ਨੇ ਸਵਾਲ ਕੀਤਾ ਸੀ, ਪਤਾ ਨਹੀਂ ਬਲਵਿੰਦਰ ਨੇ ਕਿਸੇ ਨੇ ਸਵਾਲ ਕੀਤਾ ਸੀ ਕਿ ਇੱਥੇ ਹੁਣ ਜੰਗਲ ਦੇ ਵਿੱਚ ਹੀ ਬੈਠੇ ਆ ਕਿ ਇੱਕੋ ਚੀਜ਼, ਜਿੱਦਾਂ ਤੁਸੀਂ ਕਿਹਾ ਦਾਬੜੇ 'ਚ ਰੋਟੀ ਬਣਾਈ, ਉਹਨੂੰ ਹੀ ਪੁੱਠਾ ਕੀਤਾ, ਉਹਦੇ 'ਚ ਸਬਜ਼ੀ ਬਣਾਈ, ਫਿਰ ਉੱਤੇ ਰੋਟੀਆਂ ਉਹ 'ਚ ਪੁੱਠਾ ਕਰਕੇ ਕੀਤੀਆਂ, ਕਿ ਕਦੀ ਇੱਥੇ ਕੋਈ ਆਏਗਾ। ਤੇ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਹਾਂ ਵੀ ਇੱਥੇ ਮੇਲੇ ਲੱਗਣਗੇ, ਇੱਥੇ ਲੰਗਰ ਲੱਗਣ। ਮਹਾਰਾਜ ਨੇ ਹਜ਼ੂਰ ਸਾਹਿਬ ਨੇ ਕਿਹਾ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ, ਜੀ, ਆਉਣ ਵਾਲੇ ਟਾਈਮ ਦੇ ਵਿੱਚ 18 ਮੋਢੀ ਰੋਜ਼ ਲੰਗਰ ਪੱਕੇ ਕਰੇਗਾ। 18 ਰੋਜ਼, ਇਹ ਨਹੀਂ ਕਿ ਭੰਡਾਰੇ ਦੇ, ਰੋਜ਼ ਜੀ, ਜੀ। ਆਉਣ ਵਾਲੇ ਟਾਈਮ 'ਚ। ਉਹ ਜਦੋਂ ਹੁਣ ਨਜ਼ਾਰਾ ਵੇਖਦੇ ਹਾਂ ਅਸੀਂ ਕਹਿੰਦੇ ਕਿ ਵਾਕਈ ਜੀ ਗੱਲ ਸਹੀ ਹੈ, ਕਿਉਂਕਿ ਲੋਨੀ ਦਰਬਾਰ ਤੋਂ ਇਲਾਵਾ ਵੀ ਹੁਣ ਕਈ ਦਰਬਾਰ ਬਣੇ ਨੇ, ਦਰਸ਼ਨ ਧਾਮ ਜਿਨ੍ਹਾਂ ਨੂੰ ਕਹਿ ਲਓ, ਜਾਂ ਮਤਲਬ 7 ਪਾਰਟੀਆਂ ਵੱਖਰੀਆਂ ਵੱਖਰੀਆਂ ਆਪਣੇ ਗੱਡੀਆਂ ਲਾ ਕੇ ਬਹਿ ਗਈਆਂ ਤੇ ਹੁਣ 7 ਜਗ੍ਹਾ ਉੱਥੇ ਚੱਲਦੇ ਨੇ। ਤੇ ਜੇ ਉਹੀ ਇਕੱਠੇ ਹੁੰਦੇ ਤੇ ਅੱਜ ਉਹ 18 ਬੋਰੀਆਂ ਉਹ ਮੇਰੇ ਹਿਸਾਬ ਨਾਲ ਉਹ ਹੋ ਜਾਣਾ ਸੀ ਕੰਮ। ਇਹ ਦੱਸੋ ਕਿ ਜਦੋਂ ਤੁਸੀਂ ਉੱਥੇ ਆਂਦੇ ਸੀਗੇ, ਕਿੰਨੀ ਦੇਰ ਤੁਸੀਂ ਉੱਥੇ ਰਹੇ, ਫਿਰ ਤੁਸੀਂ ਉਸ ਤੋਂ ਬਾਅਦ ਆਪਣਾ ਜਿਹੜੀ ਦੁਕਾਨ ਸੀਗੀ ਤੁਹਾਡਾ ਟੀ ਸਟਾਈਲ, ਕੀ ਫਿਰ ਮਹਾਰਾਜ ਜੀ ਨੇ ਕਿਹਾ ਕਿ ਕੰਮ ਕਰ ਲਓ? ਨਹੀਂ, ਹਾਂ, ਮਹਾਰਾਜ ਨੇ ਕਿਹਾ ਕਿ ਤੁਸੀਂ ਇੰਝ ਕਰੋ ਸਰਦਾਰ ਜੀ, ਤੁਸੀਂ ਕਿਹਨਾਂ ਦਾ ਦੁਕਾਨ ਤੇ ਜਾਓ। ਅੱਛਾ। ਉਹ ਦੁਕਾਨ ਟੀ ਸਟਾਲ ਬਾਅਦ ਚ ਲਿਆ, ਪਹਿਲੇ ਦੁਕਾਨ ਇੱਥੇ ਮਹਾਰਾਜ ਨੇ ਇੱਥੇ ਲੈ ਕੇ ਦਿੱਤੀ ਸਾਨੂੰ, ਕਿਹਨਾਂ ਦਾ ਨੰਦ ਨਗਰੀ, ਪਰਚੂਨ ਦੀ ਦੁਕਾਨ ਲੱਗੀ ਲਗਾਈ ਦੁਕਾਨ। ਔਰ ਮੈਂ ਨੰਦ ਨਗਰੀ ਤੋਂ ਇੱਥੋਂ ਸਾਈਕਲ ਤੇ ਆਨੇ ਸਾਂ ਤੇ ਸਾਈਕਲ ਤੇ ਜਾਂਦਾ ਸਾਂ ਨੰਦ ਨਗਰੀ। ਔਰ ਉੱਥੋਂ ਪਰਚੂਨ ਦਾ ਸਮਾਨ ਜਿਹੜਾ ਰਾਸ਼ਨ ਪਾਣੀ ਇੱਥੋਂ ਡੇਰੇ ਦਾ ਚਾਹੀਦਾ ਸੀ ਉਹ ਉੱਥੋਂ ਲੈ ਆਉਂਦਾ ਸਾਂ, ਰਾਤ ਨੂੰ ਲੈ ਆਈਦਾ ਸੀ, ਜੀ ਸਵੇਰੇ ਜੀ ਨੂੰ ਫਿਰ ਵਾਪਿਸ ਚਲੇ ਜਾਈਦਾ ਸੀ। ਏਦਾਂ ਕਰਦੇ ਕਰਦੇ
ਹੁਣ ਉੱਥੇ ਕੰਮ ਤੇ ਹੈ ਨਹੀਂ ਸੀ ਇੰਨਾ ਆਨੰਦ ਨਗਰੀ। ਫਿਰ ਇਹ ਦੁਕਾਨ ਦਾ ਪਤਾ ਲੱਗਿਆ, ਅਸ਼ੋਕ ਜਿਹੜਾ ਗੁਪਤਾ ਜੀ ਦਾ ਲੜਕਾ, ਉਹਨੇ ਮੈਨੂੰ ਦੱਸਿਆ, ਕਹਿੰਦੇ ਭਾਈ ਐਸੇ ਹੈ ਕਿ ਉੱਥੇ ਨਾ ਜਿਹੜੀ ਦੁਕਾਨ ਹੈਗੀ ਹੈ, ਦੁਕਾਨ ਮਿਲਦੀ ਹੈ ਬਈ 12 ਰੁਪਏ ਰੋਜ਼ ਤੇ, ਔਰ ਕੰਮ ਉਹਦਾ ਚੱਲਦਾ, ਉੱਥੇ ਰੋਟੀ ਪਾਣੀ ਵੀ ਫਸਟ ਕਲਾਸ ਤੁਹਾਡਾ ਚੱਲ ਜਾਏਗਾ, ਔਰ ਉਹ ਦੁਕਾਨ ਲੈ ਲਓ। ਮੈਂ ਕਿਹਾ ਚਲੋ ਠੀਕ ਹੈ। ਚਾਹ ਦੀ ਦੁਕਾਨ ਸੀ, ਲੱਗੀ ਲਗਾਈ ਦੁਕਾਨ ਲੈ ਲਈ ਅਸੀਂ, ਔਰ ਲੈਣ ਤੋਂ ਬਾਅਦ ਅਸੀਂ ਉਹ ਦੁਕਾਨ ਤੋਂ ਤੇ ਇਹਨਾਂ ਦਾ 10-12 ਕਿਲੋ ਦੁੱਧ ਲੱਗਦਾ ਹੁੰਦਾ ਸੀ, ਔਰ ਮੈਂ ਉੱਥੇ 160 ਕਿਲੋ ਤੱਕ ਦੁੱਧ ਲਾਇਆ ਚਾਹ ਦਾ ਕੰਮ ਚ, ਸਿਰਫ ਹੋਰ ਦੁੱਧ ਨਹੀਂ ਵੇਚਿਆ ਕਰੀ। ਅੱਛਾ ਜੀ। ਔਰ ਮਾਰਕੀਟ ਦੇ ਵਿੱਚ ਦੁਕਾਨ ਸੀ, ਤੇ ਹਾਲਾਂਕਿ ਹੋਰ ਕਿੰਨੀਆਂ ਦੁਕਾਨਾਂ ਸੀ, ਉਹ ਕਿਸੇ ਕੋਲ ਵੀ ਸਕੂਟਰ ਨਹੀਂ ਸੀ, ਸਿਰਫ ਮੇਰੇ ਕੋਲ ਹੀ ਸੀ। ਔਰ ਕਈ ਲੋਕੀ ਹੈਰਾਨ ਹੁੰਦੇ ਸੀ ਕਿ ਯਾਰ ਚਾਹ ਵੇਚਣ ਵਾਲਾ ਬੰਦਾ ਸਕੂਟਰ ਵੀ ਰੱਖਿਆ ਅਗਲੇ, ਔਰ ਬੰਦੇ ਵਰਕਰ ਵੀ ਹੈਗੇ ਨੇ, 6 ਵਰਕਰ ਹੈਗੇ ਸੀ ਮੇਰੇ। ਫਿਰ ਫਿਰ ਜੀ ਹੈ ਜੀ 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 ਫਿਰ ਜਿਸ ਟਾਈਮ ਅਸੀਂ ਗ੍ਰਿਫਤਾਰੀਆਂ ਦਿੱਤੀਆਂ, ਉਹ ਦੱਸੋ ਮੈਨੂੰ ਕਿ ਉਸ ਟਾਈਮ ਜਦੋਂ, ਇਹ ਦੱਸੋ ਮੈਨੂੰ ਕਿ ਜਦੋਂ ਆਪਣਾ ਗੁਰਦੁਆਰੇ ਨੂੰ ਤਾਲਾ ਲਾਤਾ ਸੀਗਾ ਆਪਣਾ ਯੂਪੀ ਦੇ ਵਿੱਚ, ਉਹ ਦੱਸੋ ਕਿਦਾਂ ਹੋਇਆ? ਮੇਰੇ ਗੁਰਦੁਆਰਾ ਸੀ ਇਹਨਾਂ ਦਾ, ਜਿਹੜੇ ਹੈਗੇ ਨੇ ਛੋਟੀ ਕਾਸਟ ਦੇ, ਹੁਣ ਨਾਂ ਤੇ ਨਹੀਂ ਲਵਾਂਗਾ ਮੈਂ ਉਹਨਾਂ ਦਾ, ਵੈਸੇ ਤੇ ਛੋਟੀ ਕਾਸਟ ਹੀ ਕਹਿ ਸਕਦੇ ਹਾਂ, ਤੇ ਉਹਨਾਂ ਦਾ ਤਾਂ ਇਹਨਾਂ ਦਾ ਗੁਰਦੁਆਰਾ ਸੀਲ ਕਰ ਦਿੱਤਾ ਸੀ, ਆਪਸ 'ਚ ਇਹਨਾਂ ਦੀ ਹੋ ਗਈ ਸੀ, ਆਪਸ ਕਾਫੀ ਲੜਾਈ ਹੋਈ ਸੀ। ਤੇ ਉਹ ਵੈਸੇ ਤੇ ਸਾਖੀ ਬਹੁਤ ਲੰਮੀ ਪੈ ਜਾਏਗੀ, ਪਰ ਸ਼ਾਰਟਕਟ ਦੇ ਵਿੱਚ ਮੈਂ ਥੋੜਾ ਸਮਝਾਵਾਂਗਾ। ਔਰ ਇਹਨਾਂ ਦਾ ਇਹ ਜਿਹੜੇ ਹੈਗੇ ਸੀ ਸਰਦਾਰ ਤੇ ਇਹਨਾਂ ਦਾ ਕਾਸਟ, ਛੋਟੀ ਕਾਸਟ ਦੇ, ਇਹਨਾਂ ਦੀ ਆਪਸ 'ਚ ਹੋ ਗਈ। ਅੱਛਾ, ਗੁਰਦੁਆਰਾ ਜਿਹੜਾ ਸੀ, ਗੁਰਦੁਆਰਾ ਸਾਹਿਬ ਕਿਉਂ ਬੰਦ ਹੋਇਆ ਸੀ, ਕੀ ਕਾਰਨ ਸੀ? ਉਹ ਜਗ੍ਹਾ ਦਾ ਰਗੜਾ ਸੀ, ਉਹ ਕਹਿੰਦੇ ਸੀ ਸਾਡੀ ਹੈ, ਇਹ ਕਹਿੰਦੇ ਸੀ ਸਾਡੀ ਹੈ। ਅੱਛਾ ਠੀਕ ਹੈ। ਫਿਰ ਅਸੀਂ ਸਾਡੇ 2 ਜਥੇ ਗਏ ਸੀ, ਦੂਸਰਾ ਜਥਾ ਸਾਡਾ ਸੀ, ਪਹਿਲਾਂ ਜੋਗਾ ਸਿੰਘ ਜੀ ਉਹਨਾਂ ਦੇ ਹੈਡ ਸੀ, ਔਰ ਦੂਸਰਾ ਜਥਾ ਜਿਹੜਾ ਬਲਵਿੰਦਰ ਸਿੰਘ ਹੈਡ ਸੀ ਜੀ, ਔਰ ਅਸੀਂ ਦੂਸਰੇ ਜਥੇ 'ਚ ਗਏ ਸਾਂ। ਔਰ ਜਿਸ ਟਾਈਮ ਉਹ 21 ਦਾ ਜਥਾ ਇਹਨਾਂ ਨੇ ਪਹਿਲੇ ਘੱਲਿਆ ਸੀ, 21 ਦਾ ਬਾਅਦ 'ਚ ਕਰਨ ਲੱਗੇ, ਤੇ ਮੈਂ ਆਪਣਾ ਬੋਰੀ ਬਿਸਤਰਾ ਤਿਆਰ ਕਰਕੇ ਤੇ ਆਪਣਾ ਕੱਪੜੇ ਲੈ ਕੇ ਪਹੁੰਚ ਗਿਆ ਦਰਬਾਰ ਲੋਨੀ। ਤੇ ਉਸ ਟਾਈਮ ਜਦੋਂ ਲੋਨੀ ਪਹੁੰਚਿਆ ਤੇ ਹਜ਼ੂਰ ਸਾਹਿਬ ਕਹਿੰਦੇ ਜੀ ਬੰਦੇ ਪੂਰੇ ਹੋ ਗਏ ਨੇ, ਉਹ ਇੰਨੇ ਕਿ 21 ਬੰਦਿਆਂ ਦਾ ਜੱਥਾ ਪਹਿਲੇ ਘੱਲਿਆ ਸੀ, ਹੁਣ ਵੀ ਮੈਂ ਕਿਹਾ ਜੀ ਮੈਨੂੰ ਪਤਾ ਨਹੀਂ ਹੈ, ਮੈਂ ਤਿਆਰ ਹੋ ਗਿਆ, ਮੈਂ ਵਾਪਸ ਤੇ ਜਾਣਾ ਨਹੀਂ, ਹੁਣ ਮੈਨੂੰ ਮੈਂ ਜਾਣਾ। ਮਾਰੇ ਕਹਿੰਦੇ ਅੱਛਾ 5-6 ਬੰਦੇ ਹੋਰ ਵਧਾ ਦਿੰਦੇ। ਫਿਰ ਇਹਨਾਂ ਨੇ ਵਧਾਏ ਤੇ ਉਹਦੇ ਵਿੱਚ ਅਸੀਂ ਗਏ। ਉੱਥੇ ਗ੍ਰਿਫਤਾਰੀਆਂ ਦਿੱਤੀਆਂ, ਸਾਰਿਆਂ ਨੂੰ ਪੁਲਿਸ ਨੇ ਅਰੈਸਟ ਕੀਤਾ। ਹਾਂ, ਫਿਰ ਉੱਥੇ ਜੇਲ੍ਹ 'ਚ ਕੀ ਹੁੰਦਾ ਸੀ? ਫਿਰ ਜੇਲ੍ਹ 'ਚ ਹੁੰਦਾ ਤੇ ਬਹੁਤ ਕੁਝ ਸੀ। ਹੁਣ ਇਸ ਤਰ੍ਹਾਂ ਨਹੀਂ, ਉੱਥੇ ਲੰਗਰ ਪਾਣੀ ਕਿਉਂ, ਉਹ ਉੱਥੋਂ ਦੇ ਹਿਸਾਬ ਦਾ ਹੁੰਦਾ, ਫਿਰ ਸੰਗਤਾਂ ਨੇ ਕੀ ਕੀਤਾ ਉੱਥੇ? ਉਹੀ ਲੱਗਾ ਦੱਸਣ ਕਿ ਉਸ ਤਰ੍ਹਾਂ ਹੈ ਕਿ ਅਸੀਂ ਸਿਆਸੀ ਕੈਦੀਆਂ ਦੇ ਵਿੱਚੋਂ ਗਏ ਸਾਂ, ਸਿਆਸਤ ਦੇ ਵਿੱਚ ਜਿਹਨੂੰ ਕਹਿੰਦੇ ਨੇ ਜੀ, ਉਹ B ਕਲਾਸ ਦੇ ਵਿੱਚ ਅਸੀਂ ਗਏ ਸਾਂ ਜੀ। A ਕਲਾਸ ਹੁੰਦੀ ਮਿਨਿਸਟਰ ਵਗੈਰਾ ਇਹਨਾਂ ਵਾਸਤੇ ਹੁੰਦੀ ਹੈ, B ਕਲਾਸ ਸਾਡੇ ਵਾਸਤੇ ਹੁੰਦੀ ਹੈ। ਇਹਦੇ ਵਿੱਚ ਕੀ ਹੁੰਦਾ ਕਿ ਸੁੱਕਾ ਰਾਸ਼ਨ ਮਿਲਦਾ ਜੀ, ਸੁੱਕਾ ਰਾਸ਼ਨ ਮਿਲਦਾ, ਔਰ ਮਤਲਬ ਕਿ ਆਂਡੇ ਉਂਡੇ ਵੀ ਮਿਲਦੇ ਨੇ। ਤੇ ਉਹ ਕੀ ਕਰਦੇ ਸੀ ਸਰਦਾਰ ਜਿਹੜੇ ਸੀ, ਉਹ ਲਿਆਂਦੇ ਸੀ ਲੰਗਰ, ਉਹ ਬਣਾਉਂਦੇ ਸੀ, ਉਹੀ ਕਰਦੇ ਸੀ ਸਾਰਾ ਕੁਝ। ਫਿਰ ਉਹਦੇ ਵਿੱਚ ਕੀ ਉਹ ਕਰਦੇ ਸੀ ਇਹ ਲੰਗਰ, ਜਦੋਂ ਦਾਲਾਂ ਬਣਾਉਂਦੇ ਸੀ, ਦਾਲੇ ਦੇ ਵਿੱਚ ਹੀ ਉਹ ਆਂਡੇ ਪਾ ਕੇ ਤੇ ਉਬਾਲ ਲੈਂਦੇ ਸੀ, ਤੇ ਉਹ ਕੱਢ ਲੈਂਦੇ ਸੀ, ਤੇ ਕਿਲੋ ਦਾਲਾਂ ਸਾਨੂੰ ਵਰਤਾ ਦਿੰਦੇ ਸੀ। ਉਹ ਫਿਰ ਇੱਕ ਅੱਧੀ ਵਾਰੀ ਵੇਖਿਆ ਗਿਆ। ਫਿਰ ਅਸੀਂ ਭੁੱਖ ਹੜਤਾਲ ਕਰ ਦਿੱਤੀ, ਉੱਥੇ ਭੁੱਖ ਹੜਤਾਲ ਕਰ ਦਿੱਤੀ, ਤੇ ਉਹ ਫਿਰ ਸਿੰਘਾਸਨ ਡੋਲਿਆ ਇਹਨਾਂ ਦਾ। ਫਿਰ ਕੀ ਇਹਨਾਂ ਦਾ ਉਥੋਂ ਕੀ ਇਹਨਾਂ ਦਾ ਪੰਜਾਬ ਤੋਂ ਵੀ ਕੀ ਇਹਨਾਂ ਦਾ ਉਹ ਜਿਹੜੇ ਕੀ ਇਹਨਾਂ ਕਈ ਜਥੇ ਆਏ, ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਕੀਤੀ। ਫਿਰ ਅਸੀਂ ਨਹੀਂ ਮੰਨੇ ਕਿ ਅਸੀਂ ਕਿਹਾ ਭੁੱਖ ਹੜਤਾਲ ਹੀ ਰਹੇਗੀ। ਫਿਰ ਉਹ ਕਹਿੰਦੇ ਜੀ ਤੁਹਾਡੀ ਡਿਮਾਂਡ ਕੀ ਹੈ? ਅਸੀਂ ਕਿਹਾ ਜੀ ਡਿਮਾਂਡ ਇਹ ਹੈਗੀ ਹੈ
कि सानू लंगर जिहड़ा असीं खुद बनावांगे और खुद ही वरतावांगे। फिर कहंदे सरदार कहण लग पे यार संत चंगे आए ने, साडे कोई वैल्यू कोई नहीं। इन्हां नूं जदों उत्थे गुरुद्वारे आए सी, गुरुद्वारे भी इन्हां ने किन्नियां वलगियां इन्हां नूं बना के दित्तियां, किते किन्हां दा बर्फी देण दे, किते रसगुल्ले देण दे ने, किते कुछ खवाण दे ने, सानू कोई पुछदे नहीं। ते उत्थे बड़ी मतलब आदर भाव सत्कार नाल साडी सेवा कीती और उन्हां ने असीं रहे 40 दिन रहे हैं असीं। फिर असीं उत्थों आए सी। ਫਿਰ फिर उस टाइम ਤੁਸੀਂ ਸਾਰਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਗ੍ਰਿਫਤਾਰੀਆਂ ਦਾ ਨਤੀਜਾ ਕੀ ਨਿਕਲਿਆ? ਪ੍ਰਸ਼ਾਸਨ ਨੇ ਉਹ ਗੁਰੂ ਘਰ ਦੀ ਜਗ੍ਹਾ ਦੇਤੀ, ਝਗੜਾ ਖਤਮ ਹੋ ਗਿਆ? ਉਹ ਇਸ ਤਰ੍ਹਾਂ ਹੈ ਕਿ ਉਹ ਜਿਹੜੇ ਨਾ ਪ੍ਰਸ਼ਾਸਨ ਨੇ ਗੁਰਦੁਆਰਾ ਜਦੋਂ ਇਹਨਾਂ ਨੇ ਡਿਮਾਂਡ ਜਿਹੜੀ ਸੀਲ ਖੋਲ ਦਿੱਤੀ ਔਰ ਗੁਰਦੁਆਰਾ ਜਿਹੜਾ ਉਹ ਦੇ ਦਿੱਤਾ ਇਹਨਾਂ ਨੂੰ, ਸਿੱਖਾਂ ਨੂੰ ਦੇ ਦਿੱਤਾ, ਮਤਲਬ ਸਾਡੇ ਹੱਕ 'ਚ ਫੈਸਲਾ ਹੋ ਗਿਆ। ਤੇ ਉਸ ਤੋਂ ਬਾਅਦ ਅਸੀਂ ਲੋਨੀ ਦਰਬਾਰ ਪਹੁੰਚੇ ਤੇ ਹਜੂਰ ਸਾਹਿਬ ਬੜੇ ਖੁਸ਼ ਔਰ ਆਨੰਦਮਈ ਹੋਏ ਸੀ। ਅੱਗੋਂ ਵੈਲਕਮ ਕਰਨ ਵਾਸਤੇ ਹਜੂਰ ਸਾਹਿਬ ਖੁਦ ਆਏ। ਅਸੀਂ ਟਰੱਕਾਂ ਦੇ ਵਿੱਚ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ ਬੜੀ ਖੁਸ਼ ਹੋ ਕੇ ਮਹਾਰਾਜ ਨੇ, ਹਜੂਰ ਸਾਹਿਬ ਨੇ ਵਰ ਦਿੱਤੇ ਕਿ ਤੁਸੀਂ 47 ਬੰਦੇ ਜਦ ਵੀ ਕੋਈ ਤੁਸੀਂ ਵਰ ਮੰਗ ਸਕਦੇ ਹੋ, ਜਾਂ ਰਗਬੀ ਜਾਂ ਜੱਗੀ, ਇੱਕ ਵਾਰ ਮੰਗ ਸਕਦੇ ਹੋ ਜੀ। ਔਰ ਦੂਜਾ ਇੱਕ ਕਿਹਨਾਂ ਦਾ ਇੱਕ ਰਿਆਸਤ ਤੁਹਾਨੂੰ ਮਿਲੇਗੀ ਔਰ ਕਿਹਨਾਂ ਦਾ ਇੱਕ ਵਾਰ ਮਿਲੇਗਾ। ਮਹਾਰਾਜ ਇੰਨੇ ਦਿਆਲ ਹੋਏ ਉਦੋਂ, ਉਹਨਾਂ ਨੇ ਅੱਜ ਤੱਕ ਮੈਂ ਆਪਣੇ ਇਤਿਹਾਸ 70 ਸਾਲ ਦੀ ਏਜ ਹੈਗੀ ਇਸ ਟਾਈਮ, ਹਾਲੀ ਤੱਕ ਮੈਂ ਕਦੀ ਵੀ ਕਿਸੇ ਵੀ ਸੰਤ ਮਹਾਂਪੁਰਸ਼ ਜਾਂ ਦੇਵੀ ਦੇਵਤਾ ਪੀਰ ਪੈਗੰਬਰ ਨੂੰ ਹਾਲੀ ਤੱਕ ਕਿਸੇ ਵੀ ਨੂੰ ਏਦਾਂ ਨਹੀਂ ਵੇਖਿਆ ਕਿ ਉਹਨਾਂ ਨੇ 70 ਬੰਦਿਆਂ ਨੂੰ ਇਕੱਠਾ ਵਰ ਦਿੱਤਾ ਹੋਵੇ। ਇੱਥੇ ਮੈਂ ਥੋੜਾ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੱਲ ਸੁਣਾ ਰਹੇ ਨੇ ਸਰਦਾਰ ਜੀ, ਇਹ ਸੱਚਖੰਡ ਨਾਨਕ ਧਾਮ ਨੂੰ ਕਿਉਂ ਜਾਣਾ ਪਿਆ, ਇਹਨਾਂ ਸਾਰਿਆਂ ਨੂੰ ਕਿਉਂ ਗ੍ਰਿਫਤਾਰੀਆਂ ਦੇਣੀਆਂ ਪਈਆਂ? ਕਿ ਜਦੋਂ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਉੱਥੇ ਉਹਨਾਂ ਨੇ ਤਾਲਾ ਲਾਤਾ ਤੇ ਗੁਰੂ ਘਰ ਬੰਦ ਕਰ ਦਿੱਤਾ, ਤੇ ਮਹਾਰਾਜ ਜੀ ਨੇ ਕਿਹਾ ਕਿ ਕੋਈ ਵੀ ਗੁਰੂ ਘਰ ਜਾਂ ਮੰਦਿਰ ਮਸਜਿਦ ਗੁਰਦੁਆਰੇ ਨੂੰ ਤਾਲਾ ਨਹੀਂ ਲੱਗਣਾ ਚਾਹੀਦਾ, ਇਹ ਗੁਰੂ ਦੇ ਘਰ ਹੈ, ਇਹ ਖੁੱਲੇ ਰਹਿਣੇ ਚਾਹੀਦੇ ਆ। ਤੇ ਪ੍ਰਸ਼ਾਸਨ ਕਹਿੰਦਾ ਨਹੀਂ। ਇਸ ਕਰਕੇ ਮਹਾਰਾਜ ਜੀ ਨੇ ਆਪਣੇ ਸੇਵਕਾਂ ਨੂੰ ਭੇਜਿਆ ਸੀ ਕਿ ਤੁਸੀਂ ਜਾਓ, ਜੇ ਉਹ ਨਹੀਂ ਮੰਨਦੇ ਤੇ ਗ੍ਰਿਫਤਾਰੀਆਂ ਦਿਓ। ਤੇ ਇਹਨਾਂ ਸਾਰਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ, ਉੱਥੇ ਭੁੱਖ ਹੜਤਾਲ ਵੀ ਰੱਖੀ, ਹੰਗਰ ਸਟ੍ਰਾਈਕ ਕੀਤੀ। ਸੋ ਨਤੀਜਾ ਇਹ ਨਿਕਲਿਆ ਕਿ ਇਹਨਾਂ ਸਾਰਿਆਂ ਦੀਆਂ ਇਹ ਚੀਜ਼ਾਂ ਨੂੰ ਦੇਖਦਿਆਂ ਹੋਇਆਂ, ਕਮਿਟਮੈਂਟ ਦੇਖਦਿਆਂ ਹੋਇਆਂ, ਕਮਿਟਡ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਉਹਦਾ ਫੈਸਲਾ ਕੀਤਾ ਔਰ ਗੁਰੂ ਘਰ ਖੋਲ੍ਹਿਆ। ਸੋ ਇਸ ਚੀਜ਼ ਨੂੰ ਖੁਸ਼ ਦੇਖ ਕੇ ਤੁਸੀਂ ਸੁਣਦੇ ਹੋ ਕਿ ਮਹਾਰਾਜ ਜੀ ਨੇ ਇਹਨਾਂ ਨੂੰ ਕਿੰਨੇ ਆਪਣੇ ਵਚਨਾਂ ਦੇ ਨਾਲ ਨਿਹਾਲ ਕੀਤਾ, ਕਿਉਂਕਿ ਇਹਨਾਂ ਨੇ ਗੁਰੂ ਦਾ ਕਹਿਣਾ ਮੰਨਿਆ। ਜਦੋਂ ਦਿੱਲੀ ਦੇ ਵਿੱਚ ਆਪਣਾ ਦਾਸ ਧਰਮ ਮਹਾਰਾਜ ਜੀ ਨੇ ਕਿਹਾ ਕਿ ਪਹਿਲੋਂ ਜਾਇਦਾਦ ਦੀ ਕਹਿੰਦੇ ਹੁੰਦੇ ਸੀਗੇ ਤੇ ਹੱਥ ਪਿੱਛੇ ਕਰਕੇ, ਤੇ ਫਿਰ ਮਹਾਰਾਜ ਜੀ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਿੱਤਾ। ਕੀ ਤੁਹਾਨੂੰ ਉਹਦੇ ਬਾਰੇ ਕੁਝ ਹੈ ਨੌਲੇਜ? ਜਿਹਦੇ ਬਾਰੇ ਜਦੋਂ ਦਾਸ ਧਰਮ ਦੀ ਸਿਰਜਣਾ ਕੀਤੀ ਮਹਾਰਾਜ ਜੀ ਨੇ 1980 ਦੇ ਵਿੱਚ, ਉਸ ਟਾਈਮ ਅਸੀਂ ਗ੍ਰੈਂਡ ਸੀ, ਬਹੁਤ ਤਗੜਾ ਗ੍ਰੈਂਡ ਸੀ। ਔਰ ਇੱਥੋਂ ਤੱਕ ਕਿ ਜਿਹੜੇ ਸਾਡੇ ਵਿਗਿਆਨਿਕ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਬਾਹਰ ਨਿਕਲੋਗੇ ਤੇ ਤੁਹਾਡੀਆਂ ਅੱਖਾਂ ਜਾ ਸਕਦੀਆਂ। 1980 ਦੇ ਵਿੱਚ ਜਿਸ ਟਾਈਮ ਦਾਸ ਧਰਮ ਦੀ ਸਥਾਪਨਾ ਹੋਈ ਜੀ, ਉਸ ਟਾਈਮ ਅਸੀਂ ਕਿਹਨਾਂ ਦਾ ਡਿਊਟੀ ਦੇ ਰਹੇ ਸਾਂ, ਮੇਨ ਗੇਟ ਤੇ ਸਾਡੀ ਡਿਊਟੀ ਸੀ ਜੀ, ਔਰ ਅਸੀਂ ਯੂਨੀਫਾਰਮ ਪਾ ਕੇ ਔਰ ਉੱਥੇ ਡਿਊਟੀ ਦੇ ਰਹੇ ਸਾਂ। ਜਦ ਕਿ ਲੋਕਾਂ ਨੂੰ ਕਈਆਂ ਨੂੰ ਕੋਈ ਕਹਿੰਦਾ ਮੇਰੀ ਅੱਖਾਂ ਨੂੰ ਧੁੰਦਲਾ ਨਜ਼ਰ ਆਉਣ ਡਿਆ, ਕੋਈ ਕੁਛ ਨਜ਼ਰ ਆਉਣ ਡਿਆ, ਅਸੀਂ ਆਪਣਾ ਡਿਊਟੀ ਦਿੰਦੇ ਰਹੇ। ਔਰ ਉਸ ਟਾਈਮ ਮਹਾਰਾਜ ਨੇ ਕਿਹਨਾਂ ਦਾ ਦਾਸ ਧਰਮ ਦੀ ਸਥਾਪਨਾ ਕੀਤੀ ਸੀ 1980 ਦੇ ਵਿੱਚ, 16 ਫਰਵਰੀ 1980 ਚ।
ਚਲੋ ਬਹੁਤ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੀ ਕਿ ਤੁਸੀਂ ਉਹਦਾ ਹਿੱਸਾ ਬਣੇ। ਉਸ ਤੋਂ ਬਾਅਦ ਤੁਸੀਂ ਤੇ ਕੀ ਕਹਿੰਦੇ ਯੰਗ ਏਜ ਸੀਗੇ, ਚਲੋ ਮਹਾਰਾਜ ਤੋਂ ਥੋੜੇ ਜਿਹੇ ਵੱਡੇ, ਤੇ ਫਿਰ ਵਿਆਹ ਦੀ ਜਿਹੜੀ ਸ਼ੁਰੂਆਤ ਕਿੱਦਾਂ ਹੋਈ, ਵਿਆਹ ਕਿਸ ਤਰ੍ਹਾਂ ਹੋਇਆ? ਵਿਆਹ ਇਸ ਤਰ੍ਹਾਂ ਹੋਇਆ ਕਿ ਸੱਚਖੰਡ ਨਾਨਕ ਧਾਮ ਦੇ ਵਿੱਚ ਸਾਡੇ 4 ਵਿਆਹ ਜਿਹੜੇ ਹੈ ਉਹ ₹1.25 ਦੀ ਰਸਮ ਜਿਹੜੀ ਹਜੂਰ ਸਾਹਿਬ ਨੇ ਸ਼ੁਰੂ ਕੀਤੀ। ₹1.25 ਦੀ ਰਸਮ ਸ਼ੁਰੂ ਕੀਤੀ ਕਿ ਮਤਲਬ ਕੋਈ ਦਹੇਜ ਨਹੀਂ ਲਏਗਾ ਔਰ ₹1.25 ਦੀ ਰਸਮ ਔਰ ਕੋਈ ਜਾਤ ਪਾਤ ਨਹੀਂ ਹੋਏਗੀ। ਔਰ ਸਾਡਾ ਵਿਆਹ ਉਸ ਟਾਈਮ ₹1.25 ਦੇ ਵਿੱਚ ਹੋਏ, 4 ਵਿਆਹ ਹੋਏ ਸੀ। ਸਭ ਤੋਂ ਪਹਿਲਾਂ ਜਦੋਂ ਮਹਾਰਾਜ ਜੀ ਨੇ ਰੂਲ ਬਣਾਇਆ, ਅਸੂਲ ਬਣਾਇਆ ਕਿ ਕੋਈ ਜਾਤ ਪਾਤ ਨਹੀਂ, ਕੋਈ ਦੇਜ, ਕੋਈ ਲੈਣ ਦੇਣ ਨਹੀਂ, ਕੋਈ ਦਹੇਜ ਵਰ ਨਹੀਂ, ਉਦੋਂ ਸਭ ਤੋਂ ਪਹਿਲਾਂ 4 ਵਿਆਹ ਡੇਰੇ ਤੇ ਤੁਹਾਡੇ, ਉਹਨਾਂ ਚੋਂ ਇੱਕ ਤੁਹਾਡਾ ਵਿਆਹ ਸੀ। ਇੱਕ ਸਾਡਾ ਹੋਇਆ ਸੀ, ਇੱਕ ਕੁੱਕੂ ਤੇ ਕੀ ਨਾਮ ਦਾ ਵਿੰਦਰ ਦਾ ਹੋਇਆ ਸੀ ਜੀ। ਔਰ ਇੱਕ ਪ੍ਰੇਮ ਜਿਹਦਾ ਨਾਮ ਬਾਲਕਿਸ਼ਨ ਬਾਬਾ ਜੀ ਜਿਹਨੂੰ ਕਹਿੰਦੇ ਨੇ, ਬਾਲਕਿਸ਼ਨ ਔਰ ਕਾਂਤਾ ਦਾ ਜੀ। ਔਰ ਇੱਕ ਦਾ ਸੀ ਪ੍ਰੇਮ ਹਜੂਰ ਸਾਹਿਬ ਦੇ ਸਾਲੇ ਸਾਹਿਬ ਪ੍ਰੇਮ। ਸੋ 4 ਵਿਆਹ ਹੋਏ ਤੇ 4 ਵਿਆਹ ਦੇ ਵਿੱਚੋਂ 3 ਜਣੇ ਕਪੂਰਥਲਾ ਦੇ ਸੀ। ਇੱਕ ਤੁਹਾਡੇ ਧਰਮ ਪਤਨੀ, ਇੱਕ ਕਾਂਤਾ, ਇੱਕ ਮਹਾਰਾਜ ਜੀ ਦੇ ਸਾਲਾ ਸਾਹਿਬ ਪ੍ਰੇਮ ਜੀ। ਸੋ 3 ਜਣੇ ਕਪੂਰਥਲੇ ਦੇ ਸੀ, ਇੱਕ ਜਣਾ ਗਾਜ਼ੀਆਬਾਦ ਦਾ। ਦੋ ਜਣੇ ਸੌਰੀ ਗਾਜ਼ੀਆਬਾਦ ਦੇ, ਮਾਫੀ ਚਾਹੁੰਦਾ। ਸੋ ਪਹਿਲੀ ਵਾਰੀ ਜਦੋਂ ਅਸੂਲ ਬਣੇ ਇਹ 4ਾਂ ਦੇ ਵਿਆਹ ਉਸ ਟਾਈਮ ਤੇ ਮਹਾਰਾਜ ਜੀ ਨੇ ਪਹਿਲੀ ਵਾਰੀ ਲੋਹਣੀ ਦਰਬਾਰ ਚ ਕੀਤੇ। ਇਤਿਹਾਸ ਦੇ ਵਿੱਚ ਹੋਰ ਵੀ ਬੜੀਆਂ ਸਾਡੇ ਨਾਲ ਤੇ ਬੜੀਆਂ ਸਾਖੀਆਂ ਹੈਗੀਆਂ ਨੇ। ਮੇਰਾ ਖਿਆਲ ਹੈ ਕਿ ਅਗਰ ਮੈਂ ਸਾਖੀਆਂ ਅਗਰ ਸੁਣਾਉਣ ਸ਼ੁਰੂ ਕਰਾਂ ਤੇ ਮੇਰੇ ਖਿਆਲ 15 ਦਿਨ ਵੀ ਘੱਟ ਰਹਿਣਗੇ। ਇਹ ਹੈ ਜੀ, ਆਪਾਂ ਹਰ ਵਾਰੀ ਇਹਨੂੰ ਵਾਰੀ ਵੱਖਰੇ ਵੱਖਰੇ ਐਪੀਸੋਡ ਨਾਲ ਕਰਾਂਗੇ। ਜੋ ਵੀ ਤੁਸੀਂ ਇੰਨਾ ਸਾਲ ਮਹਾਰਾਜ ਜੀ ਨਾਲ ਗੁਜ਼ਾਰਿਆ ਜਾਂ ਦੇਖਿਆ ਜੋ ਵੀ ਮਿਸ਼ਨ ਦੇ ਵਿੱਚ, ਆਪਾਂ ਇਹਨੂੰ ਗਾਂ ਇਹਦੇ ਐਪੀਸੋਡ ਬਣਾਵਾਂਗੇ। ਹੁਣ ਤੁਸੀਂ ਮੈਨੂੰ ਲਾਸਟ ਤੇ ਇਹ ਦੱਸੋ ਕਿ 1984 ਚ 84 ਦੇ ਵਿੱਚ ਜਦੋਂ ਕਾਂਡ ਹੋਇਆ, ਵਿਆਹ ਤੋਂ ਬਾਅਦ ਤੁਸੀਂ ਡੇਰਾ ਸਾਹਿਬ ਆਣ ਕੇ ਰਹਿਣ ਲੱਗ ਪਏ, ਠੀਕ ਹੈ? ਲੋਹਣੀ ਦਰਬਾਰ ਜੀ। ਡੇਰਾ ਸਾਹਿਬ ਇਸ ਤਰ੍ਹਾਂ ਕਿ ਉਹ ਅਸੀਂ ਵੱਖ ਹੋਏ, ਵੱਖ ਹੋਣ ਤੋਂ ਬਾਅਦ ਅਸੀਂ ਲੋਹਣੀ ਦਰਬਾਰ ਆ ਗਏ। ਅਸੀਂ ਗਾਜ਼ੀਆਬਾਦ ਰਹਿੰਦੇ ਸਾਂ, ਲੋਹਣੀ ਆ ਗਏ। ਲੋਹਣੀ ਆਉਣ ਤੋਂ ਬਾਅਦ ਅਸੀਂ ਇੱਥੇ ਕੀ ਇਹਨਾਂ ਦਾ ਲੋਹਣੀ ਦਰਬਾਰ ਰਹਿਣ ਲੱਗ ਪਏ। ਫਿਰ ਸਾਡਾ 82 ਦੇ ਵਿੱਚ ਅਸੀਂ ਲੋਹਣੀ ਆਏ। 82 ਦੇ ਵਿੱਚ ਲੋਹਣੀ ਆ ਕੇ ਅਸੀਂ 2 ਸਾਲ ਹਾਲੀ ਸਮਾਨ ਬਣਾਇਆ ਸੀ, ਕਿਉਂਕਿ ₹1.25 ਵਿਆਹ ਹੋਇਆ ਸੀ, ਦਾਜ ਨਾ ਲਿਆ ਸੀ ਨਾ ਮਾਪਿਓ ਕੋਲੋਂ ਕੋਈ ਲਿਆ ਸੀ। ਔਰ ਕਮਾਉਣ ਵਾਲਾ ਫਸਟ ਮੈਂ ਹੀ ਸਾਂ ਵੱਡਾ, ਔਰ 6 ਭਰਾ ਮੇਰੇ ਤੋਂ ਛੋਟੇ ਸੀ। ਤੇ ਉਹ ਹਾਲੀ ਸਮਾਨ ਬਣਾਇਆ ਸੀ ਤੇ 84 ਦਾ ਕਾਂਡ ਹੋ ਗਿਆ। 84 ਦਾ ਕਾਂਡ ਹੋ ਗਿਆ ਤੇ ਅਸੀਂ ਸਾਡਾ ਪਹਿਲੇ ਸਮਾਨ ਲੁੱਟਿਆ ਗਿਆ ਜੀ, ਕਿਉਂਕਿ ਮੇਰਾ ਕੰਮਕਾਰ ਬਹੁਤ ਸੀ। ਮੈਂ ਦੱਸਿਆ ਨਾ 160 ਕਿਲੋ ਤੱਕ ਦੁੱਧ ਲਾਇਆ ਜੀ। ਕੰਮ ਸਾਰਾ ਸਮਾਨ ਬਣਾਇਆ। ਉਸ ਟਾਈਮ ਲੋਕਾਂ ਨੇ ਵੇਖਿਆ ਕਿ ਬਹੁਤ ਕੁਛ ਹੈਗਾ। ਪਹਿਲੇ ਤਾਂ ਉਹਨਾਂ ਨੇ ਲੁੱਟਿਆ, ਔਰ ਉਸ ਟਾਈਮ ਗੈਸ ਨਹੀਂ ਸੀ ਹੁੰਦੀ, ਸਟੋਵ ਹੁੰਦੇ ਸੀ ਜੀ। ਤੇ ਪੀਪਾ ਭਰਿਆ ਪਿਆ ਸੀ ਉਹਦਾ ਕੀ ਇਹਨਾਂ ਦਾ ਮਿੱਟੀ ਦੇ ਤੇਲ ਦਾ ਜੀ। ਤੇ ਕੀ ਇਹਨਾਂ ਦਾ ਸਟੋਵ ਸੀ, ਉਹਦੇ ਨਾਲ ਕੰਮ ਹੁੰਦਾ ਸੀ। ਤੇ 10 ਕਿਲੋ ਦੇਸੀ ਘਿਓ, ਕਿਉਂਕਿ ਮਲਾਈ ਬੜੀ ਉਹਦੇ ਤੋਂ ਦੁੱਧ ਤੋਂ ਲਾਉਂਦੇ ਸਾਂ, ਤਾਂ ਉਹ 10 ਕਿਲੋ ਦੇਸੀ ਘਿਓ ਵੀ ਪਿਆ ਸੀ। ਉਹਦੇ ਵਿੱਚੋਂ ਉਹਨਾਂ ਨੇ ਕੀ ਕੀਤਾ, ਪਹਿਲੇ ਸਮਾਨ ਲੁੱਟਿਆ, ਫਿਰ ਉਸ ਤੋਂ ਬਾਅਦ ਉਹੀ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਅੱਛਾ ਜੀ। ਫਿਰ ਅੱਗ ਲਾਉਣ ਤੋਂ ਬਾਅਦ ਉਹਨਾਂ ਨੇ ਮਕਾਨ ਨੂੰ ਸਾਡੇ ਸਾਹਮਣੇ ਸਾਰਾ ਕੰਮ ਹੁੰਦਾ। ਪੁਲਿਸ ਨੇ ਸਾਨੂੰ ਘੇਰ ਕੇ ਰੱਖਿਆ ਔਰ ਸਾਡੇ ਸਾਹਮਣੇ ਕੰਮ ਹੋਇਆ। ਫਿਰ ਉਹ ਅੱਗ ਲਾ ਦਿੱਤੀ ਗਈ ਔਰ ਉਸ ਤੋਂ ਬਾਅਦ ਅਸੀਂ ਇੱਥੇ ਡੇਰੇ ਤੇ ਵੀ ਹਫੜਾ ਦਫੜੀ ਮਚ ਗਈ। ਔਰ ਸਾਡਾ ਦੂਸਰੇ ਨੰਬਰ ਤੇ ਜਿਹੜਾ ਲੜਕਾ ਸੀ ਉਸ ਟਾਈਮ ਉਹ ਮੇਰੇ ਖਿਆਲ ਸਾਲ ਕੁ ਦਾ ਸੀ। ਤੇ
ਉਹ ਮੇਰੇ ਖਿਆਲ ਹੈ ਕਿ ਸਾਲ ਕੁ ਦਾ ਸੀ ਤੇ ਉਹ ਲੜਕੇ ਦੇ ਨਿੱਕਰ ਵੀ ਨਹੀਂ ਸੀ ਪਾਈ, ਨਾ ਚੱਪਲਾਂ ਪਾਈਆਂ ਸੀ। ਉਹ ਖੇਡਣ ਆ ਜਾਂਦਾ ਸੀ ਇੱਥੇ, ਨਾਨਕੇ ਇੱਥੇ ਸੀ ਉਹਨਾਂ ਦੇ, ਜੀ ਉਹ ਇੱਥੇ ਸੀ ਆ ਗਏ। ਔਰ ਮੈਨੂੰ 2 ਕਿ 3 ਘੰਟੇ ਬਾਅਦ ਮਿਲਿਆ ਸਾਨੂੰ। ਉਹਦੇ ਕਹਿੰਦੇ ਕਿ ਉਹਦੇ ਗੋਲੀ ਦੇ ਵੱਜੇ ਹੋਏ ਸੀ ਸ਼ਰੇ, ਜਦੋਂ ਗੋਲੀ ਵੱਜ ਕੇ ਫਟਦੀ ਸੀ ਨਾ ਉਹਦੇ ਵੱਜੇ ਹੋਏ ਸੀ ਇਹਦਾ ਨਿਸ਼ਾਨ ਜੇ। ਕਿਤੇ ਮੁੰਡਾ ਹੀ ਸੀ ਉੱਥੇ ਲੋਨੀ ਤੋਂ, ਜਿਹੜੇ ਛੋਟੇ ਬੱਚੇ ਸੀ 1-2 ਬੱਚਿਆਂ ਦੇ। ਸਾਡੇ ਕਿਸੇ ਦੇ ਨਹੀਂ ਹੋਇਆ। ਉਹ ਹੋਇਆ ਸੀ ਮਾਨ ਸਿੰਘ ਦੇ ਨਾਲ। ਮਾਨ ਸਿੰਘ ਕਹਿੰਦਾ ਸੀ, ਉਹ ਮਾਨ ਸਿੰਘ ਕਹਿੰਦਾ ਸੀ ਕਿ ਉਹ ਦੁੱਧ ਦੇਣ ਆਉਂਦਾ ਹੁੰਦਾ ਸੀ, ਉਹਦਾ ਨਾਮ ਸੀ ਰਾਮ ਸਿੰਘ, ਰਾਮਪਾਲ। ਉਹ ਰਾਮ ਸਿੰਘ ਉਹਨੂੰ ਉਹ ਹੱਥ ਇੰਝ ਉੱਤੇ ਕਰਕੇ ਤੇ ਕਹਿੰਦਾ ਸੀ ਰਾਮ ਸਿੰਘ ਗੋਲੀ ਨਾ ਚਲਾ, ਤੇ ਉਹਨੇ ਨਿਸ਼ਾਨਾ ਹੀ ਇਹ ਕਿਹਨਾਂ ਦਾ ਮਾਨ ਸਿੰਘ ਤੇ ਬਣਾਇਆ ਸੀ ਜੀ। ਤੇ ਮੈਂ ਦੇਖਿਆ ਕਿ ਉਹ ਨਿਸ਼ਾਨਾ ਉਹਦੇ ਤੇ ਬਣਾਇਆ, ਤੇ ਮੈਂ ਜਦੋਂ ਗੋਲੀ ਚਲਾਣ ਲੱਗਾ ਮੈਂ ਧੱਕਾ ਮਾਰਿਆ ਤੇ ਧੱਕਾ ਮਾਰ ਕੇ ਡਿੱਗ ਪਿਆ। ਫੇਰ ਖੜੋ ਗਿਆ ਤੇ ਫਿਰ ਉਹਨੇ ਨਿਸ਼ਾਨਾ ਇਹਦੇ ਤੇ ਬਣਾਇਆ, ਇਹਦੇ ਤੇ ਨਿਸ਼ਾਨਾ ਬਣਾਇਆ ਤੇ ਉਦੋਂ ਪ੍ਰੇਮ ਖਲੋਤਾ ਸੀ ਤੁਹਾਡਾ ਭਰਾ ਜੀ। ਉਹ ਪ੍ਰੇਮ ਖਲੋਤਾ ਸੀ। ਫਿਰ ਪ੍ਰੇਮ ਨੇ ਧੱਕਾ ਮਾਰਿਆ, ਉਹਨੂੰ ਧੱਕਾ ਮਾਰਿਆ ਤੇ ਉਹ ਨਾਲ ਹੀ ਉਹਦਾ ਕੱਟਾ, ਉਹ ਦੇਸੀ ਕੱਟਾ ਸੀ ਤੇ ਉਹ ਕੱਟਾ ਫਟ ਗਿਆ। ਅੱਛਾ। ਕੱਟਾ ਫਟ ਗਿਆ ਤੇ ਉਹ ਨਿਸ਼ਾਨ ਇੰਜ ਕਰਕੇ ਅੱਖ ਇੱਕ ਮੀਚ ਕੇ ਤੇ ਨਿਸ਼ਾਨਾ ਲਾਣ ਡਿਆ ਸੀ ਤੇ ਉਹਦਾ ਮੂੰਹ ਉਹਦਾ ਫੱਟੜ ਹੋ ਗਿਆ। ਅੱਛਾ ਜੀ। ਓਹੋ। ਉਹਦਾ ਮੂੰਹ ਫੱਟੜ ਹੋ ਗਿਆ ਤੇ ਉਹ ਕਿਹਨਾਂ ਦਾ ਉੱਥੋਂ ਮਤਲਬ ਕਿ ਏਦਾਂ ਕਰਕੇ ਇੱਥੋਂ ਨਿਕਲ ਗਏ ਤੇ ਅਸੀਂ ਕਿਹਨਾਂ ਦਾ ਫਿਰ ਉੱਥੇ ਕਿਹਨਾਂ ਦਾ ਗਾਜ਼ੀਆਬਾਦ ਪੁਲਿਸ ਲਾਈਨ ਦੇ ਵਿੱਚ ਉੱਥੇ ਰਹੇ। ਉੱਥੇ ਰਾਤ ਰਹੇ ਤੇ ਉਹ ਹਾਲਾ ਲਾਲਾ ਕਰ ਗਿਆ, ਉਹ ਹੋਰ ਆ ਗਏ ਉੱਥੋਂ ਦੇ ਬੰਦੇ, ਉੱਥੋਂ ਹੋਰ ਆ ਗਏ ਤੇ ਉਹਨਾਂ ਨੇ ਸਾਰੇ ਰਲੇ ਸੀ ਤੇ ਪੁਲਿਸ ਲਾਈਨ ਦੇ ਵਿੱਚ ਕਹਿੰਦੇ ਜਾਂ ਤੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਾਂ ਇਹਨਾਂ ਨੂੰ ਇੱਥੋਂ ਲੈ ਜਾਓ, ਨਹੀਂ ਤੇ ਅਸੀਂ ਇਹਨਾਂ ਨੂੰ ਛੱਡਣਾ ਨਹੀਂ। ਫਿਰ ਰਾਤੋਂ ਰਾਤ ਸਾਨੂੰ ਇਹਨਾਂ ਨੇ ਸ਼ੰਭੂ ਦਿਆਲ ਕਾਲਜ ਹੈਗਾ ਉੱਥੇ ਕਿਹਨਾਂ ਦਾ ਗਾਜ਼ੀਆਬਾਦ, ਉੱਥੇ ਲੈ ਗਏ। ਉੱਥੇ ਫਿਰ ਸਾਨੂੰ ਇਹਨਾਂ ਨੇ ਰੱਖਿਆ, 7 ਦਿਨ ਉੱਥੇ ਰਹੇ। ਫਿਰ 7 ਦਿਨ ਅਸੀਂ ਉੱਥੇ ਰਹਿਣ ਤੋਂ ਬਾਅਦ ਫਿਰ ਅਸੀਂ ਆਪਣਾ ਆਗੇ ਕੀ ਕਹਿੰਦੇ ਨੇ ਆਪਣੀ ਦੁਕਾਨ ਤੇ ਆ ਗਏ ਤੇ ਦੁਕਾਨ ਤੋਂ ਆਉਣ ਤੋਂ ਬਾਅਦ ਖਾਲੀ 5-6 ਦਿਨ ਹੀ ਹੋਏ ਸੀ। 5-6 ਦਿਨ ਹੋਏ ਸੀ ਤੇ ਸਿੰਘ ਸਾਹਿਬ ਔਰ ਸਾਨੀ ਬਾਬਾ ਜੀ ਔਰ ਸਿੰਘ ਸਾਹਿਬ ਜਿਹੜੇ ਪਹਿਲੇ ਪ੍ਰਧਾਨ ਹੁੰਦੇ ਸੀ ਲੋਨੀ ਦਰਬਾਰ ਦੇ, ਉਹ ਆ ਗਏ 4 ਕੁੜੀਆਂ ਨੂੰ ਲੈ ਕੇ, ਕਹਿੰਦੇ ਸਰਦਾਰ ਜੀ ਜਿਹੜੀਆਂ ਕੁੜੀਆਂ ਤੁਹਾਡੇ ਕੋਲ ਰਹਿੰਦੀਆਂ ਜਦੋਂ ਤੱਕ ਡੇਰਾ ਨਹੀਂ ਮਿਲਦਾ। ਅੱਛਾ ਜੀ। ਉਸ ਟਾਈਮ 4 ਕੁੜੀਆਂ ਹੈ। ਫਿਰ ਹਫਤਾ ਹੋਇਆ, ਹਾਲੀ ਹਫਤਾ 4 ਦਿਨ ਹੋਏ ਸੀ। ਫਿਰ ਕੋਮਲ ਸਾਹਿਬ ਹਜ਼ੂਰੀ ਰਾਗੀ ਜੀ, ਇਹ ਵੀ ਆ ਗਏ। ਫਿਰ ਨੀਟੂ ਜਿਹਨੂੰ ਅੱਜ ਸ਼ਿਵਾ ਬਾਬਾ ਜੀ ਕਹਿੰਦੇ ਨੇ, ਉਹ ਵੀ ਆ ਗਏ। ਅਸੀਂ 6 ਜਣੇ ਮਤਲਬ ਸਾਡੇ ਕੋਲ ਪੌਣੇ 2 ਸਾਲ ਰਹੇ। 4 ਕੁੜੀਆਂ ਕੌਣ ਸੀ ਜੀ? ਇੱਕ ਆਸ਼ਾ, ਇੱਕ ਕਮਾਂਡਰ ਔਰ 2 ਕਮਾਂਡਰ ਦੀਆਂ ਭੈਣਾਂ ਜਿਹਨੂੰ ਨੀਤਾ ਕਹਿੰਦੇ ਨੇ। ਅੱਛਾ। ਔਰ ਇੱਕ ਨੀਟੂ, ਇੱਕ ਕਮਾਂਡਰ ਦਾ ਭਰਾ। ਇਹ 4 ਜਣੇ ਇਹ ਤੇ 2 ਕਿਹਨਾਂ ਦਾ ਕੋਮਲ ਤੇ ਕਿਹਨਾਂ ਦਾ ਆਸ਼ਾ, ਇਹ ਮੇਰੇ ਕੋਲ ਪੌਣੇ 2 ਸਾਲ ਰਹੀਆਂ। ਅੱਛਾ ਜੀ। ਇਹ ਕਮਾਂਡਰ ਜਿਹੜੀ ਹੈ, ਵੈਸੇ ਕਹਿਣਾ ਨਹੀਂ ਚਾਹੀਦਾ,
ਇਹ ਤੇ ਹੋ ਗਿਆ ਜੀ ਕਿ ਠੀਕ ਹੈ, ਸਾਰੇ ਜਿਹੜੇ ਰਹਿੰਦੇ ਸੀ ਔਰ ਤੁਸੀਂ ਇਕੱਲੇ ਕੰਮ ਕਰਨ ਵਾਲੇ, ਔਰ ਤੁਸੀਂ ਇਹਨਾਂ ਸਾਰਿਆਂ ਦਾ ਖਿਆਲ ਰੱਖਿਆ, ਹਰ ਉਹਨਾਂ ਦੀ ਜ਼ਰੂਰਤ ਪੂਰੀ ਕੀਤੀ, ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ। ਕਿਸੇ ਦਾ ਪਾਸਪੋਰਟ ਬਣਾਇਆ, ਕਿਸੇ ਨੂੰ ਕੱਪੜੇ ਦਿੱਤੇ, ਜੋ ਵੀ ਕੀਤਾ ਤੁਸੀਂ ਮਹਾਰਾਜ ਦੇ ਮੁਖਾਰਬਿੰਦ ਤੇ ਮਹਾਰਾਜ ਦੀ ਰਜ਼ਾ ਨਾਲ ਕੀਤਾ। ਹੁਣ ਇਹ ਦੱਸੋ ਕਿ ਲੋਨੀ ਜਦੋਂ ਰਹਿੰਦੇ ਸੀ ਉਦੋਂ ਕੋਈ ਇਹੋ ਜਿਹਾ ਕੋਤਕ? ਹਜੂਰ ਸਾਹਿਬ ਅਸੀਂ ਗੁਪਤਾ ਜੀ ਘਰੋਂ ਨਿਕਲੇ ਤੇ ਆਵਾਜ਼ ਦਿੰਦੇ ਪਿੱਛੋਂ, ਕਹਿੰਦੇ ਸਰਦਾਰ ਜੀ ਰੁਕ ਜਾਓ। ਮੈਂ ਵੇਖਿਆ, ਮੈਂ ਕਿਹਾ ਆਵਾਜ਼ ਕਿੱਥੋਂ ਆਈ? ਵੇਖਿਆ ਤੇ ਮਹਾਰਾਜ ਪਿੱਛੋਂ ਕਹਿੰਦੇ ਰੁਕ ਜਾਓ ਸਰਦਾਰ ਜੀ ਰੁਕੋ, ਉਹ ਸਾਨੂੰ ਵੀ ਲੈ ਚਲੋ ਨਾ ਡੇਰੇ ਤੇ। ਅੱਛਾ। ਮੈਂ ਸਾਈਕਲ ਰੋਕੀ, ਕਹਿੰਦੇ ਚਲੋ। ਹੁਣ ਉਸ ਤੋਂ ਜਿੱਥੇ ਵੱਡਾ ਗੇਟ ਹੈ ਜੀ ਉਸ ਤੋਂ ਪਿੱਛੇ ਥੋੜਾ ਜੀ। ਤੇ ਉਹ ਹਜ਼ੂਰ ਸਾਹਿਬ ਬਹਿ ਗਏ ਜੀ। ਪਿੱਛੇ ਸਾਈਕਲ ਮੇਰੇ ਕੋਲ ਚੱਲੇ ਨਾ, ਉਹ ਸਾਈਕਲ ਚੱਲੇ ਨਾ। ਕਹਿੰਦੇ ਕੀ ਹੋਇਆ ਸਰਦਾਰ ਜੀ? ਬਾਬਿਆਂ ਨੂੰ ਖੜਨਾ ਕੋਈ ਸੌਖਾ ਹੈ? ਫਿਰ ਜ਼ੋਰ ਦੀ ਹੱਥ ਮਾਰਿਆ ਪਿੱਛੇ, ਪਿੱਠ ਤੇ ਹੱਥ ਮਾਰਿਆ। ਕਹਿੰਦੇ ਹੁਣ ਚਲੋ। ਉਹ ਫਿਰ ਪੈਡਲ ਮਾਰਿਆ ਤੇ ਉਹ ਇੰਜ ਲੈ ਗਿਆ, ਪਤਾ ਹੀ ਨਹੀਂ ਲੱਗਾ ਕਿੱਦਾਂ ਲੈ ਗਏ। ਉਹ ਇੰਜ ਲੱਗੇ ਜੋ ਪਿੱਛੇ ਕੋਈ ਹੈ ਹੀ ਨਹੀਂ, ਵਜਨ ਨਹੀਂ। ਸਾਈਕਲ ਉੱਡਣ ਲੱਗ ਪਿਆ। ਹਾਂ, ਸਾਈਕਲ ਉੱਡਣ ਲੱਗ ਪਿਆ। ਵਾਹ। ਕਹਿੰਦੇ ਬਾਬਿਆਂ ਨੂੰ ਖੜਨਾ ਕੋਈ ਸੌਖਾ ਥੋੜੀ ਨਾ। ਤੇ ਵਾਹ। ਉਸ ਤੋਂ ਬਾਅਦ ਉਹ ਮਤਲਬ ਏਦਾਂ ਦੇ ਕੌਤਕ ਕਈ ਮਹਾਰਾਜ ਨੇ ਕੀਤੇ ਸਾਡੇ ਪ੍ਰੈਕਟੀਕਲ ਦੇ ਵਿੱਚ। ਸਾਨੂੰ ਐਸੇ ਕੌਤਕ ਔਰ ਐਸੀ ਚੀਜ਼ਾਂ ਇੱਥੇ ਵੇਖੀਆਂ ਸੀ। ਲੋਨੀ ਦਰਬਾਰ, ਅਸੀਂ ਉਹਦਾ ਵਿਖਿਆਨ ਕੀ ਕਰੀਏ। ਮੈਂ ਕਹਿ ਦਿੰਦਾ ਕਿ ਇੰਨੀਆਂ ਸਾਖੀਆਂ ਮੇਰੇ ਕੋਲ ਆਪਣੀਆਂ ਕੀ ਜਿਹੜੇ ਡੇਰੇ ਤੇ ਰਹਿੰਦੇ ਨੇ, ਕਿਉਂਕਿ ਕਈ ਆਏ ਕਈ ਗਏ, ਔਰ ਉਹਨਾਂ ਦੀਆਂ ਇੰਨੀਆਂ ਸਾਖੀਆਂ ਨੇ ਕਿ ਬਹੁਤ ਜ਼ਿਆਦਾ। ਇਹ ਹੈਗਾ ਜੀ। ਹੁਣ ਆਪਾਂ ਅਗਲੇ ਐਪੀਸੋਡ 'ਚ ਜਿਹੜੀਆਂ ਹੁਣ ਸਾਖੀਆਂ ਉਹਨਾਂ ਤੋਂ ਸ਼ੁਰੂਆਤ ਕਰਾਂਗੇ। ਫਿਰ ਕੁਛ ਮਹਾਰਾਜ ਨੇ ਅਸੂਲ ਦਿੱਤੇ, ਆਪਾਂ ਉਹਨਾਂ ਦੀ ਸ਼ੁਰੂਆਤ ਕਰਾਂਗੇ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਤੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰੂ ਦਰਸ਼ਨ। ਦੇਖੋ ਜੀ, ਦਰਸ਼ਨ ਦੇ ਖੇਲ ਨਿਰਾਲੇ ਨੇ, ਕੋਈ ਵਿਰਲਾ ਹੀ ਜਾਣੇ। ਇਹ ਤੁਸੀਂ 40-45 ਐਪੀਸੋਡਾਂ ਦੇ ਵਿੱਚ ਹਰ ਇੱਕ ਸੇਵਕ ਦੀ, ਹਰ ਇੱਕ ਦਾਸ ਦੀ ਵੱਖਰੀ ਦਾਸਤਾਨ ਸੁਣੀ ਹੈ, ਔਰ ਮਹਾਰਾਜ ਜੀ ਨੇ ਉਹਨਾਂ ਨੂੰ ਵੱਖਰੇ ਰੰਗ ਦੇ ਵਿੱਚ, ਵੱਖਰੇ ਰੂਪ ਦੇ ਵਿੱਚ ਹਰ ਚੀਜ਼ ਦਿਖਾਈ ਹੈ। ਔਰ ਕਿਸੇ ਦੀ ਵੀ ਕੋਈ ਸਾਖੀ ਕਿਸੇ ਨਾਲ ਮੈਚ ਨਹੀਂ ਕਰਦੀ। ਕਿਉਂ? ਉਹ ਏਕ ਸੀ ਪਰ ਫਿਰ ਵੀ ਅਨੇਕ ਸੀ। ਉਹ ਏਕ ਹੈ ਤੇ ਅਨੇਕ ਹੈ। ਸੋ ਉਹ ਮਹਾਰਾਜ ਜੀ ਹਮੇਸ਼ਾ ਇਹੋ ਕਿਹਾ ਕਰਦੇ ਸੀ ਕਿ ਤੁਸੀਂ ਵੀ ਇੱਕ ਦੇ ਹੋ ਕੇ ਰਹੋ। ਓਕੇ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਦੂਜੇ ਨਾਲ ਸਤਿਕਾਰ ਕਰੋ। ਟਾਈਮ ਬਹੁਤ ਥੋੜਾ ਹੈਗਾ। ਓਕੇ, ਤੇ ਗਲਤੀਆਂ ਦੇ ਪੁਤਲੇ ਨਾ ਬਣੋ। ਇਸੇ ਕਰਕੇ ਤੇ ਕੋਮਲ ਭਾਜੀ ਕਹਿੰਦੇ, ਅਸੀਂ ਗਲਤੀਆਂ ਦੇ ਪੁਤਲੇ, ਗੁਨਾਹਾਂ ਨੂੰ ਮਾਫ ਕਰਨਾ, ਸਾਡੇ ਐਬਾਂ ਤੇ ਪਾ ਕੇ ਪਰਦੇ, ਹਿਰਦੇ ਨੂੰ ਸਾਫ਼ ਕਰਨਾ। ਇੱਕ ਤੂੰ ਹੀ ਸਾਡਾ ਆਸਰਾ, ਇੱਕ ਤੂੰ ਹੀ ਹੈ ਸਹਾਰਾ। ਇਹ ਮਹਾਰਾਜ ਦਰਸ਼ਨ ਦਾਸ ਜੀ ਨੂੰ ਅਸੀਂ ਕਿਆ ਕਰੀਏ, ਦਾਤਾ ਸਾਨੂੰ ਅਕਲ ਦੇ, ਅਸੀਂ ਆਪ ਜੀ ਦੇ ਮਾਰਗ ਤੇ ਚੱਲੀਏ, ਆਪ ਜੀ ਦੇ ਕਹਿਣੇ ਤੇ, ਆਪ ਜੀ ਦੇ ਮੁਤਾਬਕ ਚੱਲੀਏ, ਚੰਗੇ ਉੱਚੇ ਸੁੱਚੇ ਆਪ ਜੀ ਦੇ ਦਾਸ ਬਣ ਸਕੀਏ। ਐਸੀ ਮਤ ਦੀਜੋ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਸਰਦਾਰ ਜੀ ਕੋਲੋਂ ਔਰ ਦਾਸ ਕੋਲੋਂ ਕੋਈ ਵੀ ਗਲਤੀ ਹੋ ਗਈ ਹੋਏ ਤਾਂ ਮੈਂ ਮਾਫੀ ਚਾਹੁੰਦਾ, ਕਿਉਂਕਿ ਹਰ ਇੱਕ ਦਾ ਕਹਿਣਾ ਜਾਂ ਸੁਣਾਉਣ ਦਾ ਲਹਿਜਾ ਵੱਖਰਾ ਹੁੰਦਾ। ਕੋਈ ਭੋਲੇ ਭਾਅ 'ਚ ਕਿਸੇ ਨੂੰ ਤੂੰ ਕਹਿ ਜਾਂਦਾ, ਕੋਈ ਭੋਲੇ ਭਾਅ 'ਚ ਕਿਸੇ ਦਾ ਕੋਈ ਨਾਂ ਲੈ ਜਾਂਦਾ। ਤੇ ਮਹਾਰਾਜ ਜੀ ਕਹਿੰਦੇ ਹੁੰਦੇ ਸੀ, ਰੱਬ ਨੂੰ ਜਾਂ ਗੁਰੂ ਨੂੰ ਪਿਆਰ ਦੇ ਨਾਲ ਕੁਛ ਵੀ ਬੁਲਾ ਲਓ, ਉਹ ਗੁੱਸਾ ਨਹੀਂ ਕਰਦਾ, ਤੇ ਸਾਨੂੰ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਓਕੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਧੰਨ ਗੁਰੂ ਦਰਸ਼ਨ।